जैसो चंदा उगवै सूरज चढ़ै हजार, इते चानण हुंदिया गुर बिन घोर अंधार। कुंभे बद्धा जल रहे, जल बिन कुंभ न होए। ज्ञान का बद्धा मन रहे, गुर बिन ज्ञान न हो। बाबा जी अपनी बाणी अंदर किरपा करते हैं। गुरु तो बगैर, सिक्ख्या तो बगैर ये इंसान अंधा है, इनू कुछ भी नहीं आउंदा। सब कुछ सीखना पैंदा है। बाबा जी बाणी अंदर किरपा करते हैं। जे 100 चंदा उगवै, 100 चंद चढ़ जावे, 1000 सूरज चढ़ जावे, तां भी नेरा ही नेरा है। जे 100 चंदा उगवै, सूरज चढ़ै 1000, इते चानण हुंदिया गुर बिन घोर अंधार। गुरु तो बगैर अंधेरा ही अंधेरा है। कुंभे बद्धा जल रहे, जल बिन कुंभ न होए। ज्ञान का बद्धा मन रहे, गुर बिन ज्ञान ना हो। हुण सानू गुरुआं दा बड़ा भुलेखा पिया। कलयुग ने बड़ा भुलेखा पाया होया। जिधर नूं किसे दा मूँह हुंदा है, उधर नूं तुर पैंदा है। धन धन बाबा आनंद सिंह जी महाराज, जिन्हां महापुरुषां ने इस धरती नूं रंग भाग लाए, ये धरती नूं भागां वाली कीता। उन्हां तो बरोस आए हुए महापुरुष धन धन बाबा ईसर सिंह जी महाराज, जिन्हां ने अपने मालिक नूं रब समझ के, गुरु समझ के सेवा कीती। सेवा करके फिर प्रचार किहदा कीता है? गुरु कलगियां वाले दा। लखां दुनिया नूं अंमृत छकाया, गुरु वाले बनाया। आ नानक सर दे नाल संगतां नूं जोड़िया, अपने नाल नहीं। अज नानक सर दा नां सारे वर्ल्ड विच है, वर्ल्ड विच। बाबा जी दा गुरु कौन सी? बाबा आनंद सिंह जी महाराज। बाबा जी बाणी अंदर किरपा करते हैं। गुर सतगुर नाम दृढ़ाया, मन अनंत ना काहू डोले। बाबा जी ने किहदा नाल जोड़िया है? सतगुरु दे नाल, गुरु ग्रंथ साहब दे नाल। ऐसी किरपा कर दिती, बाबा जी नूं अपना रूप बना लिया। रूप
ਜਿਵੇਂ ਬਾਬਾ ਜੀ ਕਿਰਪਾ ਕਰਦੇ ਸੀ। ਭੰਬੀਰੀ ਕੇ ਪਾਤ ਜਿਉ ਪੜ ਦੋ ਬਿਨ ਪੇਖੇ ਦਹਰਾਇਓ। ਇੱਕ ਭੰਬੀਰੀ ਉੱਡੀ ਫਿਰਦੀ ਹੁੰਦੀ ਆ ਆਪਣਾ ਟਿੱਡਾ ਜਿਹਾ, ਜਿਹੜਾ ਉਹਦਾ ਫੰਗ ਹੁੰਦਾ ਨਾ ਉਹ ਟੁੱਟ ਜਾਵੇ ਤਾਂ ਉਹਨੂੰ ਚੱਕ ਕੇ ਆਪਾਂ ਉਹਦੇ ਵਿੱਚ ਦੀ ਵੇਖੀਏ ਤਾਂ ਐਨ ਕੰਗੂ ਲੱਗਦਾ ਉਹ। ਬਾਬਾ ਜੀ ਕਿਰਪਾ ਕਰਦੇ ਸੀ। ਸੇਵਾਦਾਰ ਦਾ ਤੇ ਜਗਿਆਸੂ ਦਾ ਇੰਨਾ ਵੀ ਫਰਕ ਨਹੀਂ ਹੋਣਾ ਚਾਹੀਦਾ, ਤਾਂ ਇਹ ਦਾਤ ਮਿਲਦੀ ਹੈ। ਬਾਬਾ ਜੀ ਦਰਗਾਹੀ ਮਹਾਂਪੁਰਸ਼ ਸੀ। ਬਾਬਾ ਈਸਰ ਸਿੰਘ ਜੀ ਮਹਾਰਾਜ ਲੱਖਾਂ ਲੋਕਾਂ ਨੂੰ ਅੰਮ੍ਰਿਤ ਛਕਾਇਆ। ਕੇਰਾਂ ਦਾ ਜ਼ਿਕਰ ਬਾਬਾ ਜੀ ਝੋਰਨਾ ਦੀ ਧਰਤੀ ਤੇ 13 ਮੰਜ਼ਲੇ ਸਥਾਨ ਤੇ ਬਿਰਾਜਮਾਨ ਹੈ। ਕਿਉਂ ਬਾਬਾ ਜੀ 7 ਸਾਲ ਉੱਥੇ ਰਹੇ ਆ। ਸਾਰੇ ਇਲਾਕੇ ਨੂੰ ਬਾਬਾ ਜੀ ਨੇ ਤਾਰਿਆ। ਇੱਕ ਹਰਨਾਮ ਸਿੰਘ ਮਹੰਤ ਹੁੰਦਾ ਸੀ, ਪਹਿਲਾਂ ਬਾਬਾ ਜੀ ਕੋਲ ਵੀ ਆਏ, ਬਾਬਾ ਆਨੰਦ ਸਿੰਘ ਜੀ ਕੋਲ, ਤੇ ਬਾਬਾ ਜੀ ਚੰਗੀਆਂ ਛੋਟੀਆਂ ਸਾਟੀਆਂ ਮਾਰਦੇ ਸੀ ਉਹਦੇ। ਉਹ ਪ੍ਰਸ਼ਾਦ ਹੀ ਉਹਨੂੰ ਸਮਝਦਾ ਸੀ, ਬੜਾ ਖੁਸ਼ ਹੁੰਦਾ ਸੀ। ਬਾਬਾ ਜੀ ਚੋਲਾ ਬਦਲ ਗਏ, ਉਹ ਨੱਥੋਵਾਲ ਪਿੰਡ ਚਲਿਆ ਗਿਆ, ਉੱਥੇ ਗੁਰਦੁਆਰੇ ਰਿਹਾ। ਜਦੋਂ ਬਾਬਾ ਈਸਰ ਸਿੰਘ ਜੀ ਮਹਾਰਾਜ ਦੇਹਰਾਦੂਨ ਤੋਂ ਆਏ ਤਾਂ ਝੋਰਨਾ ਦੀ ਧਰਤੀ ਤੇ 13 ਮੰਜ਼ਲਾ ਸਥਾਨ ਹੈ, ਜਿਹੜਾ ਉਹਨੂੰ ਪੁਰਾਣਾ ਠਾਠ ਕਹਿੰਦੇ ਸੀ, ਉੱਥੇ ਬਿਰਾਜਮਾਨ ਹੈ ਬਾਬਾ ਈਸਰ ਸਿੰਘ ਜੀ ਮਹਾਰਾਜ। ਮਨ ਵਿੱਚ ਇੱਛਾ ਹੋਈ ਬਈ ਚਲੀਏ ਵੇਖੀਏ ਤਾਂ ਸਹੀ, ਬਈ ਬਾਬਾ ਜੀ ਦੇ ਵਿੱਚ ਉਹੀ ਜੋਤ ਹੈ। ਜੇ ਤਾਂ ਬਾਬਾ ਜੀ ਨੇ ਮੇਰਾ ਫੁਰਨਾ ਬੁੱਝ ਲਿਆ ਫੇਰ ਤਾਂ ਮੈਂ ਜਾਇਆ ਕਰੂੰਗਾ, ਨਹੀਂ ਨਹੀਂ। ਜਦੋਂ ਬਾਬਾ ਜੀ ਕੋਲੇ ਆਇਆ, ਉਹ ਲੰਗ ਮਾਰਦਾ ਸੀ, ਇੱਕ ਲੱਤ ਟੁੱਟੀ ਸੀ ਉਹਦੀ, ਤੇ ਉਹਨੇ ਮਨ ਵਿੱਚ ਸੋਚਦਾ ਆਉਂਦਾ ਹੈ, ਜੇ ਤਾਂ ਬਾਬਾ ਜੀ ਨੇ ਮਠਿਆਈ ਦਾ ਡੱਬਾ ਦੇ ਕੇ ਸਾਰਤਾ, ਕੋਈ ਮਿੱਠੀਆਂ ਚੀਜ਼ਾਂ ਦੇ ਕੇ, ਫੇਰ ਤਾਂ ਨਹੀਂ ਮਨ ਬਣਨਾ। ਜੇ ਮੇਰੀ ਖੁਰਾਕ ਮਿਲੀ ਨਾ ਫੇਰ ਮਨ ਬਣੂ। ਇਹ ਮਨ 'ਚ ਫੁਰਨਾ ਰੱਖ ਕੇ ਆ ਗਿਆ ਬਾਬਾ ਜੀ ਕੋਲੇ। ਬਾਬਾ ਜੀ ਨਾਲ ਬਚਨ ਬਲਾਸ ਬਹੁਤ ਕੀਤੇ, ਵੱਡੇ ਬਾਬਾ ਜੀ ਦੇ ਬਚਨ ਕੀਤੇ। ਕਰ ਕਰ ਕੇ ਫਿਰ ਜਾਣ ਲੱਗਿਆ। ਜਦੋਂ ਤਿਆਰੀ ਹੋ ਗਈ, ਸੇਵਾਦਾਰ ਨੇ ਪ੍ਰਸ਼ਾਦ ਲਿਆਂਦਾ। ਬਾਬਾ ਜੀ ਕਹਿੰਦੇ, ਭਾਈ ਇਹ ਪ੍ਰਸ਼ਾਦ ਨਹੀਂ ਮਹੰਤ ਨੂੰ ਦੇਣਾ, ਮਹੰਤ ਦਾ ਤਾਂ ਹੋਰ ਪ੍ਰਸ਼ਾਦ ਹੈ, ਸਾਡੀ ਸੋਟਾ ਲਿਆ ਚੱਕ ਕੇ ਅੰਦਰੋਂ। ਤੇ ਜਦੋਂ ਬਾਬਾ ਜੀ ਨੇ ਸੋਟਾ ਮੰਗਾਇਆ ਨਾ, ਮਹੰਤ ਜੀ ਲੰਮਾ ਪੈ ਕੇ ਮੱਥੇ ਟੇਕਣ ਲੱਗ ਗਿਆ, ਲੰਮਾ ਪੈ ਕੇ। ਸੱਚੇ ਪਾਤਸ਼ਾਹ ਮੈਂ ਸਮਝ ਗਿਆ ਸਾਰਾ ਕੁਝ, ਤੁਸੀਂ ਉਹੀ ਜੋਤੋਂ, ਉਹੀ ਰੂਪੋਂ ਬਾਬਾ ਆਨੰਦ ਸਿੰਘ ਜੀ। ਤੇ ਫਿਰ ਬਾਬਾ ਜੀ ਨੇ 2 ਜੜ ਵੀ ਦਿੱਤੀਆਂ। ਉਹ ਜਾਣੀ ਇੰਨੇ ਖੁਸ਼ ਹੁੰਦੇ ਸੀ, ਜੇ ਮਹਾਂਪੁਰਸ਼ ਮਾਰਦੇ ਸੀ ਬਹੁਤ ਜ਼ਿਆਦੇ। ਉਹਨਾਂ ਦੀ ਕੁਰਬਾਨੀ ਵੀ ਸੀ। ਇੱਥੇ ਉਹਨਾਂ ਦਾ ਪੁੱਤਰ ਸਰੋਵਰ ਵਿੱਚ ਡੁੱਬ ਗਿਆ ਸੀ, ਤੇ 40 ਕਿੱਲੇ ਜਾਇਦਾਦ ਵੀ ਹੈ ਗੁਰਦੁਆਰੇ ਤੇ ਵੇਚ ਕੇ ਲਾਈ ਉਹਨਾਂ ਨੇ। ਤੇ ਕਥਾਵਾਚਕ ਸੀ
ਗੁਰੂ ਗ੍ਰੰਥ ਸਾਹਿਬ ਦੇ ਬਹੁਤ ਹੀ ਜ਼ਿਆਦਾ ਜਾਣੂ ਸੀ ਤੇ ਇਸ ਤਰ੍ਹਾਂ ਦੇ ਉਹ ਗੁਰਮੁਖ ਪਿਆਰੇ। ਮੇਰਾ ਕਹਿਣ ਤੋਂ ਮਤਲਬ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਉਹ ਜੀਵ ਦੇ ਮਨ ਦੀ ਜਿਹੜੀ ਅਵਸਥਾ ਹੁੰਦੀ ਸੀ ਉਹ ਉਹਨੂੰ ਦੱਸ ਦਿੰਦੇ ਸੀ। ਇਹ ਮਹਾਂਪੁਰਸ਼ਾਂ ਦੀ ਰਜਾ ਹੁੰਦੀ ਹੈ, ਦੱਸਣਾ ਜਾਂ ਨਾ ਦੱਸਣਾ। ਕਿਉਂ ਬਾਬਾ ਜੀ ਇਹ ਵੀ ਵਚਨ ਕਰਦੇ ਸੀ ਕਿ ਜਿਵੇਂ ਇੱਕ ਘੋੜਾ ਹੈ, ਉਹਦੇ ਤੇ ਸਵਾਰ ਬੈਠਾ ਹੈ, ਜਿਹੜਾ ਕੰਡਿਆਲ ਹੈ ਉਹ ਸਵਾਰ ਦੇ ਹੱਥ ਵਿੱਚ ਹੈ, ਉਹਦੀ ਮਰਜ਼ੀ ਆ ਮੈਂ ਕਿੰਨਾ ਕੁ ਛੱਡਣਾ, ਕਿੰਨਾ ਕੁ ਉਹਨੂੰ ਭਜਾਉਣਾ, ਕਿੰਨਾ ਕੁ ਉਹਨੂੰ ਹੌਲੀ ਰੱਖਣਾ। ਸੇਵਾਦਾਰ ਨੂੰ ਹੁਕਮ ਵਿੱਚ ਰਹਿਣਾ ਪੈਂਦਾ ਹੈ। ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਨਾਨਸਰ ਦਾ ਦਾਰੋ ਮਦਾਰਾ ਵੇਖ ਲੋ ਕਿੱਡਾ। ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਤਾਂ ਪੱਕੀ ਇੱਟ ਨਹੀਂ ਲਾਈ, ਪਰ ਬਾਬਾ ਈਸਰ ਸਿੰਘ ਜੀ ਨੇ ਬਹੁਤ ਕੁਛ ਇੱਥੇ ਬਣਾਇਆ। ਜਿੰਨੇ ਅੱਜ ਸੇਵਾਦਾਰ ਇੱਥੇ ਰਹਿ ਰਹੇ ਆ ਸਾਰੇ ਬਾਬਾ ਜੀ ਦੇ ਪਿਆਰੇ ਹੈ। ਬਾਬਾ ਜੀ ਦੇ ਹੁਕਮ ਵਿੱਚ ਜਾਂ ਉਹਨਾਂ ਦੇ ਸੇਵਾਦਾਰਾਂ ਦੇ ਹੁਕਮ ਵਿੱਚ ਆਪਣੀਆਂ ਆਪਣੀਆਂ ਡਿਊਟੀਆਂ ਕਰਦੇ ਆ। ਪਰ ਜਿਹੜਾ ਕੋਈ ਡਿਊਟੀ ਤੇ ਕੁਤਾਹੀ ਕਰੇਗਾ ਬਾਬਾ ਜੀ ਨੇ ਉਹਨਾਂ ਨੂੰ ਫਿਰ ਉਹਨਾਂ ਤੇ ਨਾਰਾਜ਼ਗੀ ਹੋ ਜਾਵੇਗੀ। ਨਹੀਂ, ਅਸੀਂ ਡਿਊਟੀ ਤੋਂ ਕੁਤਾਹੀ ਨਹੀਂ ਕਰਨੀ। ਜਦੋਂ ਕੁਤਾਹੀਆਂ ਕਰਦੇ ਆ, ਜਦੋਂ ਫਿਰ ਜਿਵੇਂ ਜਮ ਕਾ ਡੰਡ ਮੂੰਡ ਮੇ ਲਾਗਾ, ਫਿਰ ਬਾਬਾ ਜੀ ਕਹਿੰਦੇ ਸੀ ਭਾਈ ਫਿਰ ਪਛਤਾਵਾ ਹੁੰਦਾ ਹੈ। ਅਸੀਂ ਆਪਣੇ ਮਾਲਕ ਨੂੰ ਨੇੜੇ ਵੇਖਣਾ। ਜਿਹੜਾ ਨੇੜੇ ਵੇਖਦਾ ਉਹ ਬੁਰਾ ਨਹੀਂ ਕਰਦਾ। ਗੁਰ ਕਾ ਕਹਿਆ ਜੇ ਕਰੇ ਸੁਖੀ ਹੂੰ ਸੁਖ ਸਾਰ, ਨਾਨਕ ਜਿਸ ਬਿਨ ਘੜੀ ਨਾ ਜੀਵ ਤੇ, ਵਿਛੜੇ ਸਰਾ ਨਾ ਬਿੰਦ, ਤਿਸੋ ਕਿਉ ਮਨ ਰੂਸੀਐ, ਜਿਸੈ ਹਮਾਰੀ ਚਿੰਦ। ਅਸੀਂ ਕਈ ਵਾਰੀ ਉਹਨਾਂ ਨਾਲ ਰੁੱਸ ਜਾਂਦੇ ਆ ਜਿਨ੍ਹਾਂ ਦੇ ਹੱਥ ਵਿੱਚ ਸਾਡੀ ਜਿੰਦ ਹੁੰਦੀ ਹੈ, ਫਿਰ ਪਛਤਾਉਣਾ ਪੈ ਜਾਂਦਾ। ਨਹੀਂ, ਬਾਬਾ ਜੀ ਕਹਿੰਦੇ ਸੀ ਭਾਈ ਇਹ ਸਾਨੂੰ ਸਮਾਂ ਮਿਲਿਆ, ਵੱਡੇ ਭਾਗਾਂ ਕਰਕੇ ਸਮਾਂ ਮਿਲਿਆ, ਅਸੀਂ ਇਹਨੂੰ ਗਵਾਉਣਾ ਨਹੀਂ। ਤੁਸੀਂ ਸੁਣ ਰਹੇ ਸੀ ਗਿਆਨੀ ਜੀ ਤੋਂ ਭੰਗਰ ਨਾਥ ਦਾ, ਉਹ ਕਿਉਂ ਗੁਰੂ ਨਾਨਕ ਦੇ ਅੱਗੇ ਉੱਡੇ ਫਿਰਦੇ ਸੀ। ਸ਼ਕਤੀਆਂ ਤਾਂ ਪਾ ਲੀਆਂ ਥੋੜੀਆਂ ਦੀਆਂ ਉੱਡਣ ਅੱਡਣ ਵਾਲੀਆਂ, ਪਰ ਗੁਰੂ ਤੋਂ ਬਗੈਰ ਖਾਲੀ ਸੀ। ਜਿਹੜਾ ਹਿਰਦਾ ਸੀ ਉਹ ਸੁੱਧ ਨਹੀਂ ਸੀ ਹੋਇਆ। ਹਿਰਦਾ ਸੁੱਧ ਹੋਣਾ ਬਹੁਤ ਜ਼ਰੂਰੀ ਹੈ। ਜੇ ਮਾਲਕ ਦੇ ਦਰਸ਼ਨ ਪਾਉਣੇ ਆ, ਮਾਲਕ ਨੂੰ ਖੁਸ਼ ਕਰਨਾ, ਤਾਂ ਹਿਰਦਾ ਸੁੱਧ ਹੋਣਾ ਚਾਹੀਦਾ। ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ, ਸੱਚ ਤਾਂ ਪੁਰ ਜਾਣੀਐ ਜਾਂ ਹਿਰਦਾ ਸੱਚਾ ਹੋਏ, ਕੂੜ ਕੀ ਮਲ ਉਤਰੈ, ਤਨ ਕਰੇ ਅੱਛਾ ਧੋਏ। ਇਹ ਜੀਵ ਨੂੰ ਜਮਾ ਜਮਾਤਰਾਂ ਦੀ ਮਲ ਲੱਗੀ ਹੋਈ ਹੈ, ਕਾਲਾ ਸ਼ਾਹ ਹੋਇਆ ਪਿਆ, ਆਪਣੀ ਹਉਮਾ ਵਿੱਚ ਫਸਿਆ ਫਿਰਦਾ।
ਇਸੇ ਲਈ ਰੱਬ ਤੋਂ ਦੂਰ ਹੈ। ਰੱਬ ਵਾਲੀ ਦੂਰ ਨਹੀਂ ਹੈ, ਰੱਬ ਤੋਂ ਇਹ ਬੰਦਾ ਦੂਰ ਹੈ। ਕਿਵੇਂ ਦੂਰ ਹੈ? ਮਨ ਕਾਲਾ ਕਰਕੇ, ਮਨ ਮੈਲ ਦਾ ਭਰਿਆ ਪਿਆ। ਸੱਚ ਤਾਂ ਪੁਰ ਜਾਣੀਐ ਜਾਂ ਹਿਰਦਾ ਸੱਚਾ ਹੋਏ। ਸੱਚ ਦੀ ਪਛਾਣ ਕਿਵੇਂ ਆਵੇਗੀ? ਜੇ ਹਿਰਦਾ ਸੱਚਾ ਹੋਵੇਗਾ, ਸੁੱਧ ਹੋਵੇਗਾ, ਫਿਰ ਸੱਚ ਦੀ ਪਛਾਣ ਕਰ ਸਕਦਾ ਹੈ। ਸੱਚ ਤਾਂ ਪੁਰ ਜਾਣੀਐ ਜਾਂ ਹਿਰਦਾ ਸੱਚਾ ਹੋਏ। ਕੂੜ ਕੀ ਮਨ ਉਤਰੈ, ਤਨ ਕਰੇ ਅੱਛਾ ਧੋਏ। ਇਹਨੂੰ ਜਮਾ ਜਮਾਤਰਾਂ ਦੀ ਮਲ ਲੱਗੀ ਹੈ। ਇਹਨੂੰ ਕਾਹਦੇ ਨਾਲ ਧੋਣਾ? ਆ ਲੀੜੇ ਧੋਣੇ ਐ, ਬਰਤਨ ਧੋਣੇ ਐ, ਹੋਰ ਸਰਫਾਂ ਨਾਲ ਧੋ ਲੈਂਦੇ ਐ। ਕਈ ਕੈਮੀਕਲ ਆ ਗਏ ਹੁਣ, ਮਿੱਟੀ ਨਾਲ ਬਹੁਤ ਘੱਟ ਮਾਂਜਦੇ ਆ। ਪਰ ਜਿਹੜਾ ਹਿਰਦਾ ਸੁੱਧ ਕਰਨਾ ਉਹ ਕਿੱਥੇ ਹੋਵੇਗਾ? ਸੰਗਤ ਦੇ ਵਿੱਚ ਬੈਠ ਕੇ ਚੰਗੇ ਵਿਚਾਰਾਂ ਨੂੰ ਗ੍ਰਹਿਣ ਕਰਨਾ। ਜੇ ਕੋਈ ਮਾੜੇ ਫੁਰਨੇ ਆ ਉਹਨਾਂ ਨੂੰ ਛੱਡਣਾ। ਮਨਾ ਤੇਰੇ 'ਚ ਮਾੜਾ ਫੁਰਨਾ ਹੈ, ਇਹਨੂੰ ਛੱਡ ਦੇ, ਆਹ ਬਚਨ ਨੂੰ ਗ੍ਰਹਿਣ ਕਰ। ਜਦੋਂ ਚੰਗੇ ਫੁਰਨੇ ਗ੍ਰਹਿਣ ਕਰੇਗਾ, ਮਾੜੇ ਫੁਰਨੇ ਛੱਡੇਗਾ, ਫਿਰ ਜਿਹੜਾ ਉਹ ਅੰਦਰ ਸਾਫ਼ ਹੋਵੇਗਾ। ਜਿਹੜੀ ਜਮਾ ਜਮਾਤਰਾਂ ਦੀ ਮਲ ਲੱਗੀ ਹੈ ਉਹ ਲੈ ਜਾਵੇਗੀ। ਭਰੀਆ ਮਤ ਪਾਪਾਂ ਕਾ ਸੰਗ, ਉਹ ਧੋਪੈ ਨਾਵਾ ਕਾ ਰੰਗ। ਇਹ ਨਾਮ ਦੇ ਰੰਗ ਨਾਲ ਧੋਤੀ ਜਾਣੀ ਹੈ। ਸੱਚ ਤਾਂ ਪੁਰ ਜਾਣੀਐ ਜਾਂ ਸੱਚ ਧਰੇ ਪਿਆਰ। ਕਿਵੇਂ ਜਾਣਾਂਗੇ? ਸਾਨੂੰ ਗੁਰੂ ਘਰ ਨਾਲ ਪਿਆਰ ਹੋਵੇ, ਸਾਡੀ ਸਰਦਾ ਵੀ ਹੋਵੇ, ਅਸੀਂ ਉੱਥੇ ਕੋਈ ਸੇਵਾ ਕਰੀਏ, ਝਾੜੂ ਫੇਰੀਏ, ਛਿੜਕਾ ਕਰੀਏ, ਬਰਤਨ ਮਾਂਜੀਏ, ਕੋਈ ਹੋਰ ਸੇਵਾ ਕਰੀਏ, ਉਹਦੇ ਨਾਲ ਸਾਡੇ ਅੰਦਰ ਪਿਆਰ ਪੈਦਾ ਹੋਵੇਗਾ, ਸਰਦਾ ਪੈਦਾ ਹੋਵੇਗੀ। ਸੱਚ ਤਾਂ ਪੁਰ ਜਾਣੀਐ ਜਾਂ ਸੱਚ ਧਰੇ ਪਿਆਰ। ਨਾਉ ਸੁਣ ਮਨ ਰਹਿਸੀਐ ਤਾਂ ਪਾਏ ਮੋਖ ਦੁਆਰ। ਕਿਹਦਾ ਨਾਮ ਸੁਣ ਕੇ ਮਨ ਰਹਿਸੇਗਾ? ਹਾਂ ਬਈ, ਆਪਾਂ ਨਾਨਕਸਰ ਚਲੀਏ, ਉੱਥੇ ਚੰਗਾ ਕੀਰਤਨ ਸੁਣਾਂਗੇ, ਚੰਗੇ ਵਿਚਾਰ ਸੁਣਾਂਗੇ, ਮਨ ਖੁਸ਼ ਹੋਵੇਗਾ, ਮਨ ਰਹਿਸੇਗਾ। ਤੇ ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ। ਨਾਉ ਸੁਣ ਮਨ ਰਹਿਸੀਐ ਤਾਂ ਪਾਏ ਮੋਖ ਦੁਆਰ। ਸੱਚ ਤਾਂ ਪੁਰ ਜਾਣੀਐ ਜਾਂ ਜੁਗਤ ਜਾਣੈ ਜੀਓ। ਇਹ ਜੀ ਨੂੰ ਸੱਚ ਤੇ ਚੱਲਣ ਦੀ ਜੁਗਤੀ ਆਉਂਦੀ ਹੋਵੇ, ਉਹ ਜੁਗਤੀ ਕਿੱਥੋਂ ਮਿਲੇਗੀ? ਕਿ ਜਿਹੜੇ ਵਿਚਾਰੇ ਮੁਲਾਜ਼ਮ ਆ ਉਹਨਾਂ ਕੋਲੋਂ ਮਿਲੇਗੀ? ਜਿਹਨੇ ਆਪ ਸਿੱਖੀ ਆ ਉਹਦੇ ਕੋਲੋਂ ਮਿਲੇਗੀ। ਜਿਹੜੇ ਆਪ ਹੀ ਪੈਸੇ ਮੰਗਦੇ ਫਿਰਦੇ ਆ, ਦੂਜੇ ਨੂੰ ਜੁਗਤੀ ਕੀ ਦੱਸ ਦੇਣਗੇ? ਉਹ ਨਹੀਂ ਦੱਸ ਸਕਦੇ। ਉਹ ਤਾਂ ਰੋਟੀਆਂ ਕਾਰਨ ਪੂਰੇ ਤਾਲ ਹੈ। ਇਹ ਜੁਗਤੀਆਂ ਕਿੱਥੋਂ ਮਿਲਦੀਆਂ? ਮਹਾਪੁਰਸ਼ਾਂ ਕੋਲੋਂ, ਉੱਥੋਂ ਮਿਲਦੀਆਂ। ਸੱਚ ਤਾਂ ਪੁਰ ਜਾਣੀਐ ਜਾਂ ਜੁਗਤ ਜਾਣਾ ਜੀਓ।
ਧਰਤ ਕਾਇਆ ਸਾਧ ਕੇ। ਕਿਹਨੇ ਸਾਧੀ ਸੀ ਧਰਤ ਕਾਇਆ? ਆ ਮਾਲਕਾਂ ਨੇ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਬਾਬਾ ਨਰਾਇਣ ਸਿੰਘ ਜੀ ਮਹਾਰਾਜ ਬਚਨ ਕਰਦੇ ਸੀ। ਕਿਉਂ ਅੱਜ ਬਾਬਾ ਜੀ ਦਾ ਨਾਂ ਦੁਨੀਆ ਤੇ? ਬਾਬਾ ਜੀ ਦਾ ਤਿਆਗ ਸੀ ਬਹੁਤ ਵੱਡਾ, ਬਾਬਾ ਜੀ ਦਾ ਜੀਵਨ ਸੀ, ਉਹਨਾਂ ਦਾ ਇਹ ਹੁਕਮ ਸੀ। ਕੋਈ ਬਾਬਾ ਜੀ ਦੇ ਕੋਲੇ ਆ ਗਿਆ, ਬਾਬਾ ਆਨੰਦ ਸਿੰਘ ਜੀ ਮਹਾਰਾਜ ਕੋਲ, ਕਹਿਣ ਲੱਗਿਆ ਬਾਬਾ ਜੀ ਇਹ ਜਿਹੜੀ ਤੁਹਾਡੀ ਵਸਤੂ ਹੈ ਇਹ ਸਾਨੂੰ ਵੀ ਮਿਲ ਸਕਦੀ ਹੈ? ਬਾਬਾ ਜੀ ਕਹਿੰਦੇ ਮਿਲ ਸਕਦੀ ਹੈ। ਬਾਬਾ ਜੀ ਕਿਵੇਂ ਮਿਲੇਗੀ? ਬਾਬਾ ਜੀ ਕਹਿਣ ਲੱਗੇ ਤਿੰਨ ਤਾਂ ਭੱਬੇ ਪੜਨੇ ਪੈਣਗੇ। ਭੱਬਾ ਭੁੱਲ ਗਿਆ, ਭੱਬਾ ਭਾਣਾ, ਭੱਬਾ ਭਲਾ, ਤੇ ਇਸਤਰੀ ਨੂੰ ਮਾਂ ਕਹਿਣਾ ਪਵੇਗਾ ਤੇ ਪੈਸੇ ਨੂੰ ਗਾਂ ਕਹਿਣਾ ਪਵੇਗਾ। ਆਜੋ ਵਸਤੂ ਦੇ ਦਿਆਂਗੇ, ਫਿਰ ਸਕੂਲ 'ਚ ਪੜ੍ਹਾਈ ਕਰਨੀ ਪਵੇਗੀ। ਜੇ ਪਾਸ ਹੋ ਗਏ ਤਾਂ ਵਸਤੂ ਦੇ ਹੱਕਦਾਰ ਹੋ, ਜੇ ਭਾਈ ਫੇਲ ਹੋ ਗਏ ਤਾਂ ਕੋਈ ਨਹੀਂ, ਮਾਲਕ ਕਿਰਪਾ ਫੇਰ ਵੀ ਰੱਖੇਗਾ। ਪਰ ਇਹ ਸ਼ਰਤ ਹੈ ਸਾਡੀ, ਬਾਬਾ ਜੀ ਅਸੀਂ ਤਾਂ 4 ਦਿਨ ਨਹੀਂ ਮਾਂ ਕਹਿ ਸਕਦੇ, ਬੜਾ ਔਖਾ ਕਹਿਣਾ, ਉਹ ਵੀ ਘਰ ਵਾਲੀ ਨੂੰ। ਨਹੀਂ, ਜਵਾਬ ਦੇਤਾ ਬਾਬਾ ਜੀ ਨੂੰ ਉਸ ਬੰਦੇ ਨੇ, ਉਹ ਦਿੱਲੀ ਤੋਂ ਸੀ। ਇਹ ਬਾਬਾ ਜੀ ਨੇ ਇੱਥੇ ਰੱਖਿਆ ਟੈਸਟ ਇੱਥੋਂ ਦਾ। ਹੁਣ ਤਾਂ ਬੜੇ ਚੋਲੇ ਪਾ ਲੈਂਦੇ ਆ ਤੇ ਵਿਆਹ ਕਰਾ ਲੈਂਦੇ ਆ, ਮਗਰ ਮਾਈਆਂ ਨੂੰ ਵੀ ਲਾਈ ਫਿਰਦੇ ਆ ਤੇ ਪੱਗਾਂ ਵੀ ਗੋਲ ਬੰਨੀਆਂ। ਕਹਿੰਦੇ ਲੈ ਅਸੀਂ ਬਾਬਿਆਂ ਨੂੰ ਘੱਟ ਆ, ਦੋ ਸਵਾਦ ਭੋਗਦੇ ਆ। ਕੀ ਬਾਬਿਆਂ ਦੀ ਇਹ ਮਰਜ਼ਾਦਾ ਸੀ? ਬਾਬਾ ਜੀ ਕਹਿੰਦੇ ਨਹੀਂ ਭਾਈ, ਜਿਹੜੇ ਮਹਾਂਪੁਰਸ਼ ਹੁੰਦੇ ਆ ਆਪ ਗਵਾਈਆ ਤਾਂ 100 ਪਾਈਆ, ਆਪਣਾ ਆਪ ਗਵਾਉਣਾ ਪਵੇਗਾ। ਇਹ ਬਾਬਾ ਜੀ ਦਾ ਵਚਨ ਸੀ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਤੇ ਪੈਸੇ ਨੂੰ ਗਾਂ ਕਿਵੇਂ ਕਿਹਾ? ਜਿਹੜੀ ਗੁਰੂ ਘਰ ਵਿੱਚ ਆ ਕਿੱਡੀ ਬਿਲਡਿੰਗ, ਕਲਸ਼ ਸਿਉਨੇ ਦਾ ਵੀ ਲਵਾਇਆ ਸੀ ਬਾਬਾ ਜੀ ਨੇ, ਹੁਣ ਦੁਬਾਰੇ ਲੱਗ ਰਿਹਾ, ਕੁਛ ਲੱਗ ਗਿਆ ਕੁਛ ਰਹਿੰਦਾ। ਤੇ ਬਾਬਾ ਜੀ ਕਿਰਪਾ ਕਰਦੇ ਸੀ। ਆ ਕਿੰਨੀਆਂ ਕਿੰਨੀਆਂ ਬਿਲਡਿੰਗਾਂ ਬਣੀਆਂ, ਇਹ ਸਾਰੀਆਂ ਮਾਇਆ ਨਾ ਬਣੀਆਂ, ਕਿਤੇ ਉੱਡ ਕੇ ਤਾਂ ਨਹੀਂ ਆ ਕੇ ਲੱਗ ਗਈਆਂ ਇੱਥੇ। ਪਰ ਬਾਬਾ ਜੀ ਕਹਿੰਦੇ ਸੀ ਸੰਗਤ ਦੀ ਆਈ ਚੀਜ਼ ਇਹ ਕਿਸੇ ਦੇ ਘਰ ਨਾ ਜਾਵੇ, ਕਿਸੇ ਰਿਸ਼ਤੇਦਾਰੀ ਵਿੱਚ ਨਾ ਜਾਵੇ, ਇਹ ਤਾਂ ਗਊ ਦਾ ਹੱਡ ਹੈ। ਇਹ ਬਾਬਿਆਂ ਦੀ ਸ਼ਰਤ ਸੀ ਤੇ ਅੱਜ ਸ਼ਰਤ ਨੂੰ ਕਈ ਭੁੱਲਦੇ ਜਾਂਦੇ ਆ। ਜਿਵੇਂ ਬੱਗ ਦੇ ਵਿੱਚ ਢੱਠਾ ਫਿਰਦਾ ਹੁੰਦਾ ਨਾ, ਐ ਤੁਰੇ ਫਿਰਦੇ ਆ। ਮਾਮਾ ਭੈਣਾਂ ਨੂੰ ਮਾਮਾ ਭੈਣਾਂ ਹੀ ਨਹੀਂ ਸਮਝਦੇ। ਨਹੀਂ, ਬਾਬਾ ਜੀ ਕਹਿੰਦੇ ਲੈਣੇ ਦੇ ਦੇਣੇ ਪੈਣਗੇ। ਕਹੀ ਜੀ ਬਿਰਤੀ ਰੱਖਣੀ ਹੈ। ਠੋਕ ਵਜਾ ਕੇ ਕਹਿੰਦੇ ਸੀ ਇੱਥੇ, ਦੇਖ ਪਰਾਈਆਂ ਚੰਗੀਆਂ, ਮਾਮਾ ਭੈਣਾਂ ਧੀਆਂ ਜਾਣੇ। ਬਰਾਬਰ ਦੀ ਨੂੰ ਭੈਣ ਸਮਝਣਾ, ਵੱਡੀ ਨੂੰ ਮਾਂ ਸਮਝਣਾ, ਛੋਟੀ ਨੂੰ ਬੱਚੀ ਸਮਝਣਾ। ਇਹ ਦ੍ਰਿਸ਼ਟੀ ਹੋਣੀ ਚਾਹੀਦੀ ਹੈ।
जिसने इस स्कूल की वर्दी पाई है, ये बाबा जी का हुक्म सी। अज तां बाबा जी की जय जयकार दुनिया ते हो रही है। बाबा ईसर सिंह जी महाराज वो दरगाही महापुरुष सी। बाबा नारायण सिंह जी ने बचन करना, बाबा जी ने कहना, जे असीं अपना आप पिंज के कंध नाल ला दईए ना, कंध नाल, असीं तां भी बाबा ईसर सिंह जी दा देण नहीं दे सकदे, जिन्हां ने सानू अपने चरनां विच रख के आ साडे ते किरपा कर दित्ती। ऐ बचन करदे सी। असीं 10 गुरुआं नूं देख लईए, अज जिवें तीजे पातशाह दा ज्योति जोत समाउण दा दिन है, आ लंघ गया दिन। गुरु अमरदास जी दा नाले बड़ी उम्र विच सी। गुरु अंगद जी नाल कुड़माचारी भी सी उन्हां दी, पर उन्हां ने गुरु धारिया गुरु अंगद देव जी महाराज नूं। ते उठ के जदों गुरु अंगद देव जी महाराज मिले ते कहण लगे, महाराज मैं तां सोनू गुरु धारन वास्ते आया। गुरु अमरदास जी ने बचन कीता, मैं किसी कुड़माचारी विच नहीं आया, मेरे ते मेहर करो। ते फिर की गुरु साहब ने बचन कीता, अच्छा ये गल है, चंगा पुरशा फिर गागर चक। गागर पानी दी लियाउण ला दिते। 12 साल पानी दी गागर लियाउंदे रहे, 12 साल। साल बाद एक परना मिलदा हुंदा सी, वो सीस ते लवेट लेना। उन्हां 12 परनियां चों कोई गवाया नहीं। गुरु साहब ने, तीजे पातशाह ने धो उन्हां नूं वंदे रहे सी। ते जदों एक दिन गागर लई आउंदिआं, क्यों प्रीखिया दा दिन भी आउंदा रहिंदा, रस्ते च आ रहे आ, मींह नेरी आ गया ते जलाहे दी खड्डी पाई सी, ਉਹਦੇ ਵਿੱਚ ਔਕੜ ਗਏ ਤੇ ਖੜਕਾਟ ਹੋਇਆ। ਜਲਾਹਾ ਪੁੱਛਦਾ ਘਰ ਵਾਲੀ ਨੂੰ, ਇਹ ਖੜਕਾ ਕਿਤੇ ਹੈ? ਉਹਨੇ ਲੈਤਾ ਗੁਰੂ ਸਾਹਿਬ ਦਾ ਨਾਂ। ਕਹਿੰਦੀ ਅਮਰੂ ਨਥਾਣਾ ਹੋਣਾ, ਜਿਹਨੂੰ ਵਿਚਾਰੇ ਨੂੰ ਕੋਈ ਝੱਲਦਾ ਨਹੀਂ, ਇੱਥੇ ਕੁੜਮਾਚਾਰੀ ਦੇ ਰਹਿੰਦਾ ਤੇ ਕੋਈ ਥਾਂ ਹੈ ਨਹੀਂ। ਇਹੋ ਜਿਹਾ ਬਚਨ ਬੋਲ ਦਿੱਤਾ। गुरु साहब ने सुन लिया। वो कहन लगे, चलिए मैं गुरु वाला हुण नथावा नहीं हाँ, मैं मालक वाला। इन्ना बचन कह के तुर गए। वो कमली हो गई। हुण जलाहा भी गुरु साहब कोले, दूजे पातशाह दे कोले जाण वाला सी। वो अगले दिन गया, घर वाली नूं नाल लेके, महाराज किरपा करो, सोडे सेवादार ने इनू झल्ली कह दिता ते ये कमली हो गई। गुरु साहब कहते क्यों कह दिता? गुरु अमरदास जी नू सद्या गया। हाँ भी पुरशा, तू की कह दिता? महाराज ये मैनू इन्हें अमरू नथाना कहा, इन्हें कहा जिहदा कोई थां नहीं। असीं तैनूं इन्ना ही कहा भी चलिए, मैं हुण थां वाला है, मैं गुरु वाला है, ते इन्ना ही वचन कहा महाराज। ते गुरु साहब ने उदों ही, गुरु अंगद देव जी महाराज ने सिंघां नूं कहा, जाओ बई इस पुरुष का स्नान करा के लियाओ, नवे वस्त्र पहना के लियाओ। ते फिर गुरु दूजे पातशाह ने गुरु अमरदास जी नूं गद्दी बख्श दित्ती। गद्दी 12 साल गागर ढोण दे नाल तां गद्दी मिली सी। अपना आप गवाउणा पैंदा,
ਕੁਛ ਕਰਨਾ ਪੈਂਦਾ। ਐਵੇਂ ਤਾਂ ਨਹੀਂ ਹੁੰਦਾ। ਆ ਇੱਟਾਂ ਬਣਦੀਆਂ ਪਹਿਲਾਂ ਲਾਲ ਹੁੰਦੀਆਂ ਭੱਠੇ ਵਿੱਚ, ਪਹਿਲਾਂ ਪਥੇਰੀ ਪੱਥਦਾ, ਫਿਰ ਚੱਕਦਾ, ਫਿਰ ਭੱਠੇ 'ਚ ਲਾਲ ਸੂਈਆਂ ਹੁੰਦੀਆਂ ਤਾਂ ਜਾ ਕੇ ਆ ਗੁਰੂ ਘਰਾਂ ਵਿੱਚ ਲੱਗੀਆਂ ਹੋਈਆਂ, ਦੁਨੀਆ ਮੱਥੇ ਟੇਕਦੀ ਹੈ। ਆ ਸਰੀਏ ਹੈ, ਇਹ ਲਾਲ ਹੋ ਕੇ ਨਿਕਲਦੇ ਆ ਤੇ ਤਾਂ ਚੰਗੇ ਥਾਵਾਂ ਤੇ ਲੱਗਦੇ ਆ। ਆ ਜੰਗਲੇ ਲੱਗੇ ਆ, ਸਭ ਅੱਗ ਥਾਣੀ ਨਿਕਲੇ ਹੋਏ ਆ। ਆਪਣਾ ਆਪ ਗਵਾਉਣਾ ਪੈਂਦਾ। ਪਹਿਲਾਂ ਜਿਹੜੇ ਗੱਲਾਂ ਮਾਰਦੇ ਉਹ ਆਪਦੇ ਅੰਦਰ ਝਾਤੀ ਮਾਰਨ, ਬਈ ਕੀ ਅਸੀਂ ਆਪਣਾ ਆਪ ਗਵਾਇਆ ਹੈ, ਕੋਈ ਮਾਲਕ ਦੀ ਸੇਵਾ ਕੀਤੀ ਹੈ। ਬਾਬਾ ਜੀ ਕਹਿੰਦੇ ਸੀ ਇੱਥੇ ਇਹ ਜਿਹੜਾ ਦਰ ਹੈ ਇਹ ਸੇਵਾ ਭਾਵ ਦਾ ਹੈ, ਸਰਦਾ ਦਾ ਹੈ। ਬਾਬਾ ਜੀ ਕਿਰਪਾ ਕਰਦੇ ਸੀ। ਬਾਬਾ ਨਰਾਇਣ ਸਿੰਘ ਜੀ ਮਹਾਰਾਜ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੋ ਕਿਰਤ ਧਰਮ ਕਮਾਇਆ, ਉਹਨੀ ਦੁਨੀਆ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ, ਨਿਤ ਦੇਵੈ ਚੜ੍ਹੈ ਸਵਾਇਆ, ਤੇ ਵਡਿਆਈ ਵੱਡਾ ਪਾਇਆ। ਅੱਜ ਤਾਂ ਬਾਬਾ ਜੀ ਦੀ ਵਡਿਆਈ ਹੋ ਰਹੀ ਹੈ। ਆਹ ਗੁਣ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵਿੱਚ ਸੀ ਤੇ ਤਾਂ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ, ਤੇ ਨਾਲ ਉਹਨਾਂ ਦੇ ਪਿਆਰਿਆਂ ਦੀ ਵੀ ਹੋਈ ਜਾਂਦੀ ਹੈ। ਜਿਹੜੇ ਉਹਨਾਂ ਦੇ ਪਿਆਰੇ, ਉਹਨਾਂ ਦੇ ਹੁਕਮ ਵਿੱਚ ਜਿਨ੍ਹਾਂ ਨੇ ਜ਼ਿੰਦਗੀਆਂ ਲਾਈਆਂ, ਸੇਵਾਵਾਂ ਕੀਤੀਆਂ, ਉਹਨਾਂ ਦੀ ਵੀ ਨਾਲ ਹੋਈ ਜਾਂਦੀ ਹੈ। ਪਰ ਬਾਬਾ ਜੀ ਦਾ ਇੰਨਾ ਉੱਚਾ ਸੁੱਚਾ ਜੀਵਨ ਸੀ। ਇਹ ਸਾਰੀ ਖੇਡ ਜੀਵਨ ਦੀ ਹੈ। ਗੁਰੂ ਨਾਨਕ ਤਾਂ ਕਿਤੇ ਗਏ ਨਹੀਂ, ਉਹ ਤਾਂ ਸੋਹਣੇ ਸੱਚਖੰਡ ਵਿੱਚ ਬਿਰਾਜਮਾਨ ਹੈ। ਉਹ ਦਾਤੇ ਹੈ, ਪਰਮੇਸ਼ਰ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਜ਼ਰ ਹੈ। ਜਿਸ ਕੀ ਬਾਣੀ ਤਿਸ ਮੈਂ ਸਮਾਣੀ, ਪਰ ਵਰਤਦੇ ਕਿਹਦੇ ਰਾਹੀਂ ਹੈ? ਕਿਸੇ ਲੋਭੀ ਲਾਲਚੀਆਂ ਰਾਹੀਂ ਨਹੀਂ ਵਰਤਦੇ। ਕਿਸੇ ਜਿਹੜੇ ਅੰਦਰੋਂ ਲੋਕ ਕਪਟੀ ਆ ਉਹਨਾਂ ਰਾਹੀਂ ਨਹੀਂ ਵਰਤਦੇ। ਜਿਹੜੇ ਜੀਵਨ ਤੋਂ ਗਿਰੇ ਆ ਉਹਨਾਂ ਰਾਹੀਂ ਨਹੀਂ ਵਰਤਦੇ। ਕਿਹਦੇ ਰਾਹੀਂ ਵਰਤਦੇ ਆ? ਨਾਨਕ ਗੁਪਤ ਵਰਤਦਾ, ਪ੍ਰਗਟ ਸੰਤ ਜਨਾ। ਪਰ ਸੰਤ ਹੋਵੇ ਸਵਾਦੂ ਨਾ ਹੋਵੇ। ਇਹ ਬਾਬਾ ਜੀ ਦੇ ਵਚਨ ਹੈ, ਸਾਡੇ ਨਹੀਂ। ਅਸੀਂ ਤਾਂ ਇੱਕ ਉਹਨਾਂ ਦੇ ਮਾਮੂਲੀ ਜਿਹੇ ਸੇਵਾਦਾਰ ਹੈ। ਸਾਡੀ ਡਿਊਟੀ ਹੈ। ਕਿਉਂ ਇਸ ਘਰ ਦੇ ਵਿੱਚ ਰਹਿੰਦਿਆਂ ਬਹੁਤ ਸਮਾਂ ਹੋ ਗਿਆ। ਬਾਬਾ ਜੀ ਨੇ ਸਕੂਲ 'ਚ ਦਾਖਲ ਕੀਤੇ ਤੇ ਇਹ ਹੁਕਮ ਕੀਤਾ ਬਈ ਬੱਚੂ ਜ਼ਿੰਦਗੀਆਂ ਇੱਥੇ ਹੀ ਲਾਉਣੀਆਂ, ਹੋਰ ਦੂਜਾ ਫੁਰਨਾ ਨਹੀਂ ਬਣਾਉਣਾ ਕੋਈ। ਇਹ ਬਚਨ ਵੀ ਨਾਲ ਕਰ ਦਿੱਤਾ। ਇਹ ਵੀ ਬਚਨ ਕਰ ਦਿੱਤਾ ਬਈ ਆਪਣੀ ਜ਼ਿੰਦਗੀ ਵਿੱਚ ਕਹੇ ਜਾ ਬਣ ਕੇ ਰਹਿਣਾ। ਕਿਸੇ ਅੱਜ ਤੱਕ ਅਸੀਂ ਕਹਿ ਸਕਦੇ ਹਾਂ, ਕੱਲ ਤੱਕ ਨਹੀਂ। ਕਿਸੇ ਮਾਂ ਭੈਣ ਨਾਲ ਕੱਲਿਆਂ ਗੱਲ ਨਹੀਂ ਕੀਤੀ, ਕਿਸੇ ਨਾਲ ਗੱਡੀ ਵਿੱਚ ਨਹੀਂ ਬੈਠੇ। ਕੋਈ ਕਹਿ ਦੇਵੇ ਸਾਨੂੰ, ਕੋਈ ਵੀ, ਕਿਉਂ? ਮੇਰੇ ਮਾਲਕ ਦਾ ਬਾਬਾ ਨਰਾਇਣ ਸਿੰਘ ਜੀ ਦਾ ਹੁਕਮ ਸੀ, ਬੱਚੂ ਰਹਿਣਾ ਤਾਂ ਆਏ ਰਹਿਣਾ ਹੈ। ਇਹ ਨਾ ਹੋਵੇ ਬਈ ਕਿਤੇ ਸਿਰੇ ਤੇ ਜਾ ਕੇ ਕੋਈ ਗਲਤ ਐਸੀ ਹੋ ਜੇ। ਅੱਜ ਤੱਕ ਅਸੀਂ ਇਹ ਬਚਨ ਕਰ ਸਕਦੇ ਹਾਂ, ਕੱਲ ਦਾ ਕੱਲ ਨੂੰ ਕਰਾਂਗੇ। ਇਹ ਕਿਰਪਾ ਕਿਹਦੀ ਹੈ? ਹੰਕਾਰ ਨਹੀਂ, ਮਾਣ ਹੈ ਆਪਣੇ ਮਾਲਕ ਤੇ,
ਬਾਬਾ ਨਰੈਣ ਸਿੰਘ ਜੀ ਮਹਾਰਾਜ ਤੇ ਉਹਨਾਂ ਦਾ ਕਿਰਪਾ ਉਹਨਾਂ ਨੇ ਇੰਨੀ ਰੱਖੀ ਹੈ, ਹਰ ਵਕਤ ਉਹਨਾਂ ਨੂੰ ਨੇੜੇ ਵੇਖਦੇ ਆ। ਉਹਨਾਂ ਦਾ ਇਹ ਬਚਨ ਸੀ ਬਈ ਇਹ ਬਚਨ ਨੂੰ ਨਿਭਾਉਣਾ ਹੈ। ਇਹ ਸਾਡਾ ਘਰ ਹੈ ਜਿਹੜਾ ਨਾਨਕਸਰ ਕਲੀਰਾ ਹੈ, ਜਿੰਨੇ ਵੀ ਇੱਥੇ ਰਹਿਣ ਵਾਲੇ ਆ। ਹੁਣ ਕੁਛ ਇੱਥੇ ਥੋੜੀ ਥੋੜੀ ਮਰਜ਼ਾਦਾ 'ਚ ਫਰਕ ਪਾ ਰਹੇ ਆ। ਫਰਕ ਇੱਥੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਆਹ ਸੱਚਖੰਡ ਬਣਾਇਆ, ਜਿਹੜਾ ਉਧਰ ਸੱਚਖੰਡ ਹੈ ਹਰ ਰੋਜ਼ ਨਿਤਨੇਮ ਕਰਨ ਵਾਸਤੇ ਬਣਾਇਆ। ਬਾਬਾ ਜੀ ਨੇ ਇੱਥੇ ਇੱਕ ਚਰੰਜੀ ਲਾਲ ਹੁੰਦਾ ਸੀ ਜਗਾਦਰੀ ਤੋਂ, ਉਹਦੀ ਡਿਊਟੀ ਲਾਈ। ਸੰਪਟ ਖੰਡ ਪਾਠ ਔਖੀ ਘੜੀ ਜੀ ਤੇ ਲੱਗਦੀ ਹੈ, ਉਹ ਇੱਥੇ ਆਰੰਭਤਾ ਕੀਤੀ। ਸੁਖਮਨੀ ਸਾਹਿਬ ਦਾ ਪਾਠ ਉਧਰ ਕੀਤਾ। 12 ਦਰੀ ਵਿੱਚ ਦਿਨੇ ਦਿਨੇ ਸੁਖਮਨੀ ਸਾਹਿਬ ਦਾ ਪਾਠ। ਬਾਬਾ ਜੀ ਇੱਥੇ ਹੱਥ ਉੱਚਾ ਕਰਕੇ ਕਹਿੰਦੇ ਸੀ ਬਈ ਭਾਈ ਇਹ ਸਾਡੀ ਨਿਰਸਤ ਸੇਵਾ ਚੱਲਦੀ ਹੈ, ਸਰਬੱਤ ਦੇ ਭਲੇ ਵਾਸਤੇ। ਆ ਗੁਰਦੁਆਰਾ ਪਾ ਕੇ ਬਾਬਾ ਜੀ ਨੇ ਕਿਰਪਾ ਕੀਤੀ। ਅੱਜ ਅਸੀਂ ਨਿਰਸਤ ਕਹਿਣ ਤੋਂ ਜਾਗਦੇ ਹਾਂ, ਕਿਉਂ ਸਾਡੇ 'ਚ ਕਮਜ਼ੋਰੀਆਂ ਪੈ ਗਈਆਂ। ਅਸੀਂ ਪੈਸੇ ਲੈ ਕੇ ਪਾਠ ਕਰਾਉਣ ਲੱਗ ਗਏ, ਜਿਹੜੇ ਕਿ ਸਾਨੂੰ ਇਸ ਜਗ੍ਹਾ ਤੇ ਨਹੀਂ ਕਰਾਉਣੇ ਚਾਹੀਦੇ। ਬਾਬਾ ਜੀ ਨੇ ਵੀ ਬਚਨ ਕੀਤਾ ਸੀ ਜਿਹੜੇ ਇੱਥੇ ਕੋਈ ਇਹੋ ਜਿਹਾ ਕੰਮ ਕਰੇਗਾ ਉਹਨਾਂ ਤੇ ਕਦੇ ਪ੍ਰਸੰਨਤਾ ਨਹੀਂ ਹੋਵੇਗੀ, ਨਾ ਕਰਾਉਣ ਵਾਲੇ ਤੇ ਨਾ ਕਰਨ ਵਾਲਿਆਂ ਤੇ। ਇਹ ਬਾਬਾ ਜੀ ਦਾ ਬਚਨ ਹੈ। ਤੇ ਇਸ ਲਈ ਮੈਨੂੰ ਦੱਸਣੀਆਂ ਪੈਂਦੀਆਂ। ਕਈ ਮੇਰੇ ਤੇ ਗਰਮ ਵੀ ਗੁੱਸੇ ਵੀ ਹੁੰਦੇ ਆ, ਅੰਦਰੋਂ ਘਿਰਨਾ ਵੀ ਕਰਦੇ ਆ, ਪਰ ਅਸੀਂ ਲੂਣ ਖਾਂਦੇ ਆ ਇਸ ਘਰ ਦਾ, ਕਿਵੇਂ ਨਾ ਦੱਸੀਏ। ਆ ਸਾਡੇ ਭਾਈ ਆ ਇੱਥੇ ਨਾਰਾ ਲਾਉਂਦੇ ਆ ਧੰਨ ਗੁਰੂ ਨਾਨਕ ਦਾ। ਗੁਰੂ ਨਾਨਕ ਨੂੰ ਕੋਈ ਭੁੱਲਿਆ ਨਹੀਂ, ਉਹ ਸਭ ਦੇ ਪਰਮੇਸ਼ਰ ਹੈ, ਦਾਤੇ ਉਹਨਾਂ ਦੀ ਕਿਰਪਾ ਨਾਲ ਚੱਲਦੇ ਆ। ਪਰ ਇੱਥੇ ਜਦੋਂ ਆ ਪਿਛਲੇ ਭਾਈ ਨੇ ਪੜ੍ਹਿਆ ਸੀ ਕੀਰਤਨ ਕਰਕੇ, ਕੀ ਕਿਹਾ ਸੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੀ ਮਰਜ਼ਾਦਾ ਹੈ ਤੇ ਸਟੇਜ ਦੀ। ਜੇ ਸਟੇਜ ਸੈਕਟਰੀ ਹੋਈ ਨਾ ਸਮਝੇ ਤਾਂ ਦੂਜੇ ਕਿਵੇਂ ਸਮਝਣਗੇ? ਇਹ ਜਿਹੜਾ ਨਾਰਾ ਸੀ ਇਹ ਮਹਾਂਪੁਰਸ਼ਾਂ ਨੇ, ਉਹਨਾਂ ਨੇ ਬਾਬੇ ਖੇਮ ਸਿੰਘ ਹੋਣਾ ਦਾ ਲਾਇਆ ਹੋਇਆ ਪੁੱਛੋ। ਤੁਸੀਂ ਉਹ ਪੁੱਛੋ ਦਾ ਨਾਰਾ ਪੁੱਛੋ ਹੀ ਰੱਖੋ, ਇੱਥੇ ਨਾ ਵਰਤੋ। ਤੁਸੀਂ ਵਰਤੋਗੇ ਫਿਰ ਸਾਨੂੰ ਹੋਰ ਕੁਝ ਕਹਿਣਾ ਪਵੇਗਾ। ਤੇ ਜਿਹੜੇ ਲੋਕ ਕਹਿੰਦੇ ਆ ਉਹ ਸੈਕਟਰੀ ਦਾ ਫਰਜ਼ ਹੈ। ਨਾ ਭਾਈ, ਜੋ ਬਾਬਾ ਜੀ ਵੇਲੇ ਕਹਿੰਦੇ ਸੀ ਉਹੀ ਕਹੋ। ਜੇ ਬਾਬਾ ਜੀ ਵੇਲੇ ਕਹਿੰਦੇ ਸੀ ਫਿਰ ਮੈਨੂੰ ਕਹਿ ਦਿਓ, ਮੈਂ ਨਹੀਂ ਬੋਲਦਾ। ਇਸ ਲਈ ਇਹ ਬਾਬਾ ਜੀ ਦੀ ਜਿਹੜੀ ਮਰਜ਼ਾਦਾ, ਮਰਜ਼ਾਦਾ ਵਿੱਚ ਰਹੋ ਤੇ ਮਰਜ਼ਾਦਾ 'ਚ ਰਹਿਣਾ ਚਾਹੀਦਾ। ਬਾਬਾ ਜੀ ਨੂੰ ਕਿਸੇ ਨੇ ਕਿਹਾ, ਬਾਬਾ ਜੀ ਤੁਸੀਂ ਆਪਣਾ ਰਾਤ ਦੇ ਦੀਵਾਨ ਕਿਉਂ ਰੱਖੇ ਆ, ਦਿਨੇ ਕਿਰਪਾ ਕਰ ਦਿਆ ਕਰੋ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੂੰ ਬਾਬਾ ਜੀ ਨੇ ਦੀਵਾਨ 'ਚ ਵੀ ਬਚਨ ਕੀਤੇ ਸੀ। ਬਾਬਾ ਨਰੈਣ ਸਿੰਘ ਜੀ ਨੇ, ਬਾਬਾ ਜੀ ਕਹਿੰਦੇ ਭਾਈ ਅਸੀਂ ਆਪ ਵੀ ਜ਼ਿਮੀਂਦਾਰ ਹਾਂ ਤੇ ਅਸੀਂ ਭਾਈ ਸਾਡੇ ਜ਼ਿਮੀਂਦਾਰਾਂ ਦਾ ਕੰਮ ਨਹੀਂ ਛਡਾਉਣਾ ਚਾਹੁੰਦੇ, ਨਾ ਕਿਸੇ ਫੈਕਟਰੀ ਵਾਲਿਆਂ ਦਾ ਛਡਾਉਣਾ ਚਾਹੁੰਦੇ ਆ। ਉਹ ਸਾਰੀ ਦਿਹਾੜੀ ਕੰਮ ਕਰਦੇ ਆ ਤੇ ਆਥਣੇ ਭਾਈ ਆ ਕੇ ਸਾਰੀ ਰਾਤ ਨੂੰ ਦੀਵਾਨ ਸੁਣਦੇ ਆ ਤੇ ਅੰਮ੍ਰਿਤ ਵੇਲੇ ਚਾਹ ਚੂਹਾਂ ਪੀ ਕੇ ਕਈ ਚਲੇ ਜਾਂਦੇ ਆ। ਜਿਹੜੇ ਵਿਚਾਰੇ ਬੱਸਾਂ ਬੁੱਸਾਂ ਤੇ ਆਏ ਆ 2 ਘੰਟੇ ਆਰਾਮ ਕਰਕੇ ਚਲੇ ਜਾਂਦੇ ਆ। ਪਰ ਅਸੀਂ ਕੰਮ ਨਹੀਂ ਛਡਾਉਣਾ ਇੰਨੀ ਦੁਨੀਆ ਦਾ, ਜਿਹੜੀ ਲੱਖਾਂ ਦੁਨੀਆ ਆਉਂਦੀ ਆ। ਇਹ ਬਾਬਾ ਈਸ਼ਰ ਸਿੰਘ ਜੀ ਦਾ ਬਚਨ ਸੀ। ਤੇ ਹੁਣ ਸਾਡੇ ਭਾਈ ਦਿਨੇ ਸਟੇਜ ਲਾਉਣ ਲੱਗ ਗਏ, ਇੱਥੇ ਸਿਆਸੀ ਖਾੜੇ ਬਣਾਉਣ ਲੱਗ ਗਏ। ਨਾ ਬਈ, ਸਾਨੂੰ ਇਹ ਨਹੀਂ ਕੁਛ ਕਰਨਾ ਚਾਹੀਦਾ। ਇਹਦੇ ਵਿੱਚ ਬਾਬਾ ਜੀ ਦੀ ਖੁਸ਼ੀ ਨਹੀਂ।
ਸਾਨੂੰ ਕਹਿਣਾ ਪੈਂਦਾ ਸਾਡੀ ਕਿਸੇ ਨਾਲ ਕੋਈ ਵੀ ਨਰਾਦਰੀ ਵਾਲੀ ਗੱਲ ਨਹੀਂ, ਪਰ ਜੋ ਸੱਚਾ ਵਚਨ ਹੈ ਉਹ ਫਿਰ ਸਾਥੋਂ ਇਹ ਗੱਲ ਤੋਂ ਰਿਹਾ ਨਹੀਂ ਜਾਂਦਾ। ਤੇ ਇਸ ਲਈ ਗੁਰਮੁਖ ਪਿਆਰਿਓ, ਇਹ ਤਾਂ ਅਸੀਂ ਤੁਹਾਨੂੰ ਸੰਗਤਾਂ ਨੂੰ ਦੱਸਿਆ ਬਈ ਇੱਥੇ ਦੀ ਬਾਬਾ ਜੀ ਨੇ ਸਿਰਫ ਇੱਥੇ ਹੁਣ ਸੰਗਤਾਂ ਇੱਥੋਂ ਖੜ ਕੇ ਦਰਸ਼ਨ ਆਥਣ ਵੇਲੇ ਤਾਂ ਕਰਦੀਆਂ, ਦਿਨੇ ਸਾਰੀ ਦਿਹਾੜੀ ਸੰਗਤਾਂ ਉੱਥੇ ਦਰਸ਼ਨ ਕਰਦੀਆਂ ਜਾ ਕੇ। ਹਰੇਕ ਦਾ ਫੁਰਨਾ ਹੁੰਦਾ ਸੱਚਖੰਡ ਕੋਲੇ ਜਾ ਕੇ ਮੱਥਾ ਟੇਕੀਏ। ਜੇ ਅੱਜ ਦੀਵਾਨ ਲੱਗਿਆ ਰਿਹਾ 2 ਵਜੇ ਤੱਕ ਸੰਗਤਾਂ ਉੱਥੇ ਨਹੀਂ ਜਾ ਸਕੀਆਂ, ਇੱਥੋਂ ਹੀ ਮੱਥਾ ਟੇਕ ਕੇ ਮੁੜਦੇ ਗਏ। ਨਾ ਬਈ, ਜਿਵੇਂ ਬਾਬਾ ਜੀ ਵੇਲੇ ਚੱਲਦਾ ਸੀ ਉਵੇਂ ਹੀ ਚੱਲਣਾ ਚਾਹੀਦਾ। ਤੇ ਇਸ ਤਰ੍ਹਾਂ ਭਾਈ ਬਾਬਾ ਜੀ ਕਿਰਪਾ ਕਰਦੇ ਸੀ, ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ, ਸੱਚਾ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ। ਬਾਬਾ ਜੀ ਕਹਿੰਦੇ ਸੀ ਭਾਈ ਇੱਥੇ ਨਿਸ਼ਾਨ ਕਾਹਦਾ? ਸ਼ਬਦ ਦਾ। ਇਹ ਦਰਬਾਰ ਹੈ ਬਾਬਾ ਜੀ ਦਾ। ਬਾਬਾ ਜੀ ਕਹਿੰਦੇ ਸੀ ਮੇਰਾ ਗੁਰੂ ਨਾਨਕ ਇੱਥੇ ਹਾਜ਼ਰ ਹੈ। ਬੜੀ ਦੁਨੀਆ ਨੂੰ ਦੁੱਖ ਤਕਲੀਫਾਂ, ਬੜੇ ਲੋਕੀ ਅਰਦਾਸਾਂ ਕਰਦੇ ਆ, ਮੁੰਡਿਆਂ ਦੀਆਂ ਕਰਦੇ ਆ, ਬੀਬੀਆਂ ਦੀਆਂ ਕਰਦੇ ਆ ਬਈ ਸਾਡੇ ਬੱਚੇ ਬਾਹਰ ਚਲੇ ਜਾਣ, ਤੇ ਕਈਆਂ ਨੂੰ ਦੁੱਖ ਤਕਲੀਫ ਵੀ ਬਹੁਤ ਹੈ। ਬਾਬਾ ਜੀ ਕਹਿੰਦੇ ਸੀ ਇਹ ਕਿਵੇਂ ਠੀਕ ਹੋਣਗੇ? ਭਾਈ ਘਰ ਘਰ ਦੇ ਵਿੱਚ ਗੁਰੂ ਨਾਨਕ ਦੇ ਫੋਟੋ ਰੱਖਿਆ ਕਰੋ, ਸਰੂਪ। ਇੱਥੇ ਆਵੋ ਤਾਂ ਸੱਚਖੰਡ ਵਿੱਚ ਇੱਥੇ ਖੜ ਕੇ ਅਰਦਾਸ ਕਰਿਆ ਕਰੋ ਤੇ ਬਾਬਾ ਜੀ ਤੁਹਾਡੀ ਸੁਣਨਗੇ। ਅੱਜ ਰਾਜ ਆ ਕਲਯੁਗ ਦਾ, ਸਤਯੁਗ ਤੋਂ ਬਾਅਦ ਕਲਯੁਗ ਦਾ ਰਾਜ ਆਇਆ ਵਾ। ਕਲਯੁਗ ਦੇ ਰਾਜ ਵਿੱਚ ਗੁਰੂ ਨਾਨਕ ਨੇ ਅਵਤਾਰ ਧਾਰਿਆ, 10 ਪਾਤਸ਼ਾਹੀਆਂ ਆਈਆਂ ਤੇ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਗਈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਹਾਜ਼ਰ ਹੈ। ਅਸੀਂ ਜੇ ਗੁਰੂ ਨਾਨਕ ਨੂੰ ਆਪਣੇ ਘਰ ਵਿੱਚ ਸੋਹਣਾ ਜਗ੍ਹਾ ਬਣਾ ਕੇ ਉੱਥੇ ਫੋਟੋ ਰੱਖਾਂਗੇ, ਫਿਰ ਗੁਰੂ ਨਾਨਕ ਅੱਗੇ ਇਸ਼ਨਾਨ ਪਾਣੀ ਕਰਕੇ ਬੈਠਾਂਗੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਾਂਗੇ ਤੇ ਫਿਰ ਉਹਨਾਂ ਅੱਗੇ ਅਰਦਾਸ ਕਰਾਂਗੇ, ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਨੀ, ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ। ਅਸੀਂ ਸਾਰਾ ਪਰਿਵਾਰ ਤੁਹਾਡੇ ਚਰਨਾਂ ਤੋਂ ਦੂਰ ਨਾ ਹੋਈਏ, ਸਾਡੇ ਤੇ ਇਹੋ ਜੀ ਮਿਹਰ ਰੱਖੋ, ਸਾਨੂੰ ਕਲਯੁਗ ਤੋਂ ਬਚਾ ਕੇ ਰੱਖੋ। ਫਿਰ ਬਾਬਾ ਜੀ ਦਾ ਬਚਨ ਸੀ ਵਿੱਚ ਕਰਤਾ ਪੁਰਖ ਖਲੋਆ, ਫਿਰ ਬਾਲ ਨਾ ਵਿੰਗਾ ਹੋਆ। ਉਹਦਾ ਬਾਲ ਨਹੀਂ ਵਿੰਗਾ ਹੁੰਦਾ ਜਿਹੜਾ ਸੱਚੇ ਹਿਰਦੇ ਨਾਲ ਅਰਦਾਸ ਕਰਕੇ ਜਾਂਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ, ਉਹਦਾ ਬਾਲ ਵਿੰਗਾ ਨਹੀਂ ਭਾਈ ਹੁੰਦਾ। ਬਾਬਾ ਜੀ ਕਿਰਪਾ ਕਰਦੇ ਸੀ ਮੇਰੇ ਗੁਰੂ ਨਾਨਕ ਸਦਾ ਲਈ ਹਾਜ਼ਰ ਹੈ, ਉਹ ਕਿਤੇ ਨਹੀਂ ਜਾਂਦੇ। ਸਿਰਫ ਜੇ ਫਰਕ ਆ ਤਾਂ ਆਪਣੇ ਵਿੱਚ ਹੈ, ਕਮਜ਼ੋਰੀਆਂ ਤਾਂ ਆਪਣੇ ਵਿੱਚ ਹੈ। ਬਾਬਾ ਜੀ ਤਾਂ ਇਹ ਬਚਨ ਕਰਦੇ ਸੀ ਜੈ ਜੈ ਪੇਖੋ ਤੈ ਹਜੂਰ, ਦੂਰ ਕਥੂ ਨਾ ਜਾਈ, ਰਬ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ, ਈਤ ਊਤ ਨਾ ਵਿਸੜੈ ਸੋ ਸੰਗੀ ਗਣੀਆਂ। ਮਾਲਕ ਕਿਤੇ ਵਿਸੜਦਾ ਨਹੀਂ, ਬੰਦੇ ਦੀਆਂ ਕਮਜ਼ੋਰੀਆਂ ਵਿਸੋੜਦੀਆਂ। ਜਦੋਂ ਘਰ ਦੇ ਵਿੱਚ ਦੇਖੋ ਕੋਈ ਬੱਚਾ ਮਾੜੀ ਮੋਟੀ ਗਲਤੀ ਕਰੇ, ਸਾਹਮਣੇ ਨਹੀਂ ਆਉਂਦਾ, ਕਿਉਂ? ਡਰ ਜਾਂਦਾ, ਭੈ ਖਾਂਦਾ। ਤੇ ਇਹੀ ਗੱਲ ਹੈ ਸਾਡੀ। ਨਹੀਂ ਭਾਈ, ਅਸੀਂ ਆਪਣੇ ਮਾਲਕ ਨੂੰ ਨੇੜੇ ਵੇਖਣਾ, ਨੇੜੇ। ਉਹ ਕਦੇ, ਉਹ ਤਾਂ ਮਾਲਕ ਹੈ। ਤੇ ਅਰਦਾਸ ਕਰਕੇ ਜਾਓ ਜਿੱਥੇ ਵੀ ਜਾਣਾ। ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਦੇ ਆ। ਬਾਬਾ ਜੀ ਨੇ ਬਾਣੀ ਅੰਦਰ ਵੀ ਕਿਰਪਾ ਕੀਤੀ ਹੈ। ਚਾਰਨ ਕਮਲ ਹਿਰਦੇ ਬਸੈ, ਸੰਕਟ ਸਭ ਖੋਬ ਹੈ। ਗੁਰ ਪੂਰਾ ਜਿਸ ਭੇਟੀ ਹੈ,
ਮਰ ਜਨਮ ਨਾ ਰੋਵੈ। ਜਿਹਨੇ ਆਪਣਾ ਆਪ ਗੁਰੂ ਨਾਨਕ ਦੇ ਭੇਟ ਕਰ ਦਿੱਤਾ, ਕੀ ਉਹ ਰੋਂਦਾ ਫਿਰੇਗਾ? ਨਹੀਂ ਨਹੀਂ, ਉਹ ਤਾਂ ਬਾਹਾਂ ਲੜਾਉਂਦਾ ਫਿਰੇਗਾ, ਬੇਪਰਵਾਹ ਹੋ ਕੇ ਚੱਲੇਗਾ। ਬਾਬਾ ਈਸਰ ਸਿੰਘ ਜੀ ਮਹਾਰਾਜ ਇਹ ਬਚਨ ਕਰਦੇ ਸੀ। ਬਾਬਾ ਜੀ ਕਹਿੰਦੇ ਸੀ, ਭਾਈ ਜਿਹੜਾ ਇਸ ਘਰ ਦਾ ਬਣ ਗਿਆ, ਬੇਪਰਵਾਹ ਹੋ ਕੇ ਚੱਲੇ, ਬਾਹਾਂ ਲੜਾਉਂਦਾ ਫਿਰੇ, ਤੇ ਗੁਰੂ ਦੀ ਉਹਨਾਂ ਤੇ ਕਿਰਪਾ ਹੈ। ਇਹ ਬਾਬਾ ਜੀ ਦਾ ਬਚਨ ਸੀ। ਬਾਬਾ ਜੀ ਕਹਿੰਦੇ ਜੀ ਬਾਹਾਂ ਲੜਾਉਂਦੇ ਫਿਰੋ। ਫਿਰ ਇਹ ਵੀ ਬਚਨ ਸੀ ਬਾਬਾ ਈਸਰ ਸਿੰਘ ਜੀ ਮਹਾਰਾਜ ਦਾ। ਕੋਈ ਸਮਾਂ ਬਣ ਗਿਆ ਸੰਗੀ ਦਾ, ਤਾਂ ਦਰਗਾਹ ਵਿੱਚ ਮੂਹਰੇ ਖੜੇ ਹੋਵਾਂਗੇ, ਮੂਹਰੇ ਸੰਗੀਆਂ ਨੂੰ, ਨਰਕਾਂ ਨੂੰ ਨਹੀਂ ਕਿਸੇ ਨੂੰ ਜਾਣ ਦਿਆਂਗੇ। ਕਿੱਡਾ ਬਚਨ ਹੈ। ਇਸੇ ਲਈ ਬਾਬਾ ਜੀ ਨੇ ਬਾਣੀ ਦੁਆਰਾ ਕਿਰਪਾ ਕੀਤੀ ਹੈ। ਚਰਨ ਕਮਲ ਹਿਰਦੇ ਵਸੈ, ਸੰਕਟ ਸਭ ਖੋਵੈ, ਗੁਰ ਪੂਰਾ ਜਿਸ ਭੇਟੀਐ, ਮਰ ਜਨਮ ਨਾ ਰੋਵੈ। ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਟ ਚਲਾਇਆ। ਜਿਵੇਂ ਸਾਡੇ ਲੋਕ ਆ ਹੁਣ ਦੇਖ ਲਓ, ਪ੍ਰਧਾਨ ਮੰਤਰੀ ਨੂੰ ਤੁਸੀਂ ਦੁਨੀਆ ਨੇ ਚੁਣਿਆ, ਵੋਟਾਂ ਪਾ ਕੇ ਚੁਣਿਆ। ਅੱਜ ਕਿੰਨੇ ਕਿਸਾਨ ਵਿਚਾਰੇ ਤੰਗ ਹੋ ਰਹੇ ਐ। 600-700 ਸਰੀਰ ਵੀ ਚਲਿਆ ਗਿਆ, ਤੇ ਉਹਨਾਂ ਦੇ ਜੂੰ ਤੱਕ ਨਹੀਂ ਸਰਕਦੀ। ਬਈ ਅਸੀਂ ਇਹਨਾਂ ਦੀ ਗੱਲ ਸੁਣੀਏ, ਅਸੀਂ ਇਹਦਾ ਕੋਈ ਹੱਲ ਕੱਢੀਏ। ਚੁੱਪ ਕੀਤੇ ਬੈਠੇ ਆ, ਚੁੱਪ ਕਿਉਂ? ਉਹਨਾਂ ਲੋਕਾਂ ਦਾ ਪਿਆਰ ਨਹੀਂ ਹੈ ਨਾ ਆਪਣੇ ਲੋਕਾਂ ਨਾਲ। ਉਹਨਾਂ ਨੇ ਤਾਂ ਚੁੱਪ ਵੱਟੀ ਹੈ। ਪਰ ਜਿਹੜੀ ਚੁੱਪ ਵੱਟੀ ਹੈ, ਫਿਰ ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ। ਜਿਹੜੇ ਦੁਨੀਆਦਾਰ ਲੋਕ ਹੈ, ਠੱਗੀਆਂ ਮਾਰਦੇ ਆ, ਝੂਠ ਬੋਲਦੇ ਆ, ਉਹਨਾਂ ਲਈ ਫਿਰ ਕੀ ਬਚਨ ਕਿਹਾ? ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਟ ਚਲਾਇਆ। ਅੱਗੇ ਕਰਨੀ ਕੀਰਤ ਬਾਚੀਐ, ਬਹਿ ਲੇਖਾ ਕਰ ਸਮਝਾਇਆ। ਫਿਰ ਜਮਦੂਤ ਹੁੰਦੇ ਆ, ਅਜਰਾਈਲ, ਜਬਰਾਈਲ, ਇਸ ਤਰ੍ਹਾਂ ਦੇ ਉਹਨਾਂ ਦੇ ਨਾਂ ਹੈ। 4 ਜਮਦੂਤ ਆਉਂਦੇ ਆ, 4। ਤੇ ਫਿਰ ਉਹਨੂੰ ਧੂਕੜੀਸ ਕਰਕੇ ਲਿਜਾਂਦੇ ਆ, ਚੰਗਾ ਕੁੱਟਦੇ ਆ, ਮਾਰਦੇ ਆ, ਪਿੰਜਦੇ ਆ। ਫਿਰ ਭੈੜਾ ਜਿਹਾ ਮੂੰਹ ਕੀਤਾ ਹੁੰਦਾ, ਧਰਮਰਾਜ ਦੇ ਸਾਹਮਣੇ ਜਾ ਖੜਦਾ। ਧਰਮਰਾਜ ਫਿਰ ਉਹਨੂੰ ਕਹਿੰਦਾ, ਕਿਉਂ ਬਈ, ਤੈਨੂੰ ਇਸ ਦੁਨੀਆ ਤੇ ਭੇਜਿਆ ਸੀ ਚੰਗੇ ਕੰਮ ਕਰਨ ਵਾਸਤੇ। ਤੈਨੂੰ ਕਿੱਡਾ ਰਾਜ ਭਾਗ ਦਿੱਤਾ ਸੀ ਚੰਗੇ ਕੰਮ ਕਰਨ ਵਾਸਤੇ, ਪਰ ਤੂੰ ਕੋਈ ਚੰਗਾ ਕੰਮ ਨਹੀਂ ਕੀਤਾ। ਤੂੰ ਲੋਕਾਂ ਦੇ ਨਾਲ ਬੇਇਨਸਾਫੀ ਕੀਤੀ ਹੈ, ਤਾਂ ਤੇਰੇ ਗਲ ਵਿੱਚ ਮੋਟੇ ਸੰਗਲ ਪਏ ਆ, ਤੇ ਇਸ ਲਈ ਤੇਰੀ ਧੂਕੜੀ ਸੋਈ ਹੈ। ਤਾਂ ਹੀ ਤੈਨੂੰ ਜਮਦੂਤਾਂ ਨੇ ਕੁੱਟਿਆ। ਹੁਣ ਤੈਨੂੰ ਘਲਾੜੀ ਵਿੱਚ ਦੀ ਪੀੜਨਗੇ, ਫਿਰ ਤੈਨੂੰ ਨਰਕਾਂ ਵਿੱਚ ਸੁੱਟਣਗੇ। ਫਿਰ ਕਿਤੇ ਸਮਾਂ ਪਤਾ ਨਹੀਂ ਬਣੇਗਾ ਕਿ ਜਾਂ ਨਹੀਂ। ਆਹ ਕੁਛ ਹੋਣਾ ਇਹਨਾਂ ਲੋਕਾਂ ਨਾਲ, ਜਿਹੜੇ ਭਾਈ ਸੱਚੇ ਸੁੱਚੇ ਕਿਸਾਨਾਂ ਨੂੰ ਤੰਗ ਕਰ ਰਹੇ ਆ। ਕਿੰਨੇ 9-10 ਮਹੀਨੇ ਹੋ ਗਏ ਬਾਰਡਰ ਤੇ ਬੈਠਿਆਂ ਨੂੰ। ਕੀ ਉਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ? ਪਲ ਪਲ ਦੀ CID ਹੈ। ਇੱਥੇ ਲੋਕਾਂ ਦੇ ਕੋਲੇ ਧੱਕੇ ਖਾਂਦੇ ਫਿਰਦੇ ਆ। ਕਦੇ ਕਿਸੇ ਗੁਰਦੁਆਰੇ 'ਚ ਜਾ ਵੜਦੇ ਆ, ਕਦੇ ਕਿਸੇ ਗੁਰਦੁਆਰੇ ਵਿੱਚ ਸੂਹਾਂ ਲੈਂਦੇ ਫਿਰਦੇ ਆ। ਸੂਹਾਂ ਜਿਵੇਂ ਕੀੜੀ ਹੁੰਦੀ ਆ ਨਾ, ਉਹ ਮਕਾਨ ਤੇ ਚੜ ਜਾਂਦੀ ਹੈ, ਤੇ ਉਹ ਕਿਉਂ ਫਿਰਦੀ ਆ? ਉਹ ਤੇੜਾਂ ਭਾਲਦੀ ਹੁੰਦੀ ਆ। ਮੂਹਰੇ ਆਉਂਦੀਆਂ ਵੋਟਾਂ, ਹੁਣ ਤੇੜਾਂ ਭਾਲਦੇ ਫਿਰਦੇ ਆ। ਬਈ ਕਿਵੇਂ ਲੋਕਾਂ ਨੂੰ ਲੜਾਈਏ, ਕਿਵੇਂ ਅੱਡੋ ਅੱਡੀ ਕਰੀਏ। ਨਾ ਬਈ ਪਿਆਰਿਓ, ਆਪਣਾ ਪੰਜਾਬ ਸਿਉਨੇ ਦੀ ਚਿੜੀ ਹੈ। ਆਪਾਂ ਇੱਕ ਮੁੱਠ ਰਹਿਣਾ। ਬਾਬਾ ਜੀ ਬਚਨ ਕਰਦੇ ਸੀ, ਇੱਕੋ ਦਾਤਾ ਮੰਗੀ ਹੈ, ਮਨ ਚਿੰਦਿਆ ਪਾਈ ਹੈ। ਜੇ ਦੂਜੇ ਪਾਸੋਂ ਮੰਗੀ ਹੈ, ਤਾਂ ਲਾਜ ਮਰਾਈ ਹੈ। ਇੱਕ ਦਾਤਾ ਗੁਰੂ ਨਾਨਕ। ਸਾਡੇ ਦਾਦੇ ਪੜਦਾਦੇ ਨਕੜ ਦਾਦੇ ਸਾਰੇ ਸਿੱਖ ਹੋਏ ਆ। ਸਿੱਖ ਇਹ ਕਿਹਨੇ ਕਿਰਪਾ ਕੀਤੀ ਹੈ? ਕਿਰਪਾ ਗੁਰੂ ਨਾਨਕ ਨੇ ਕੀਤੀ ਹੈ।
ਗੁਰੂ ਨਾਨਕ ਦੇਵ ਜੀ ਮਹਾਰਾਜ ਵੇਲੇ ਭਾਵੇਂ ਅੰਮ੍ਰਿਤ ਨਹੀਂ ਛਕਾਇਆ ਗਿਆ ਸੀ, ਉਦੋਂ ਚਰਨਾਮਤ ਦਿੱਤੀ ਜਾਂਦੀ ਸੀ, ਪਰ ਦਾੜੀ ਕੇਸ ਉਦੋਂ ਤੋਂ ਹੀ ਰੱਖਦੇ ਸੀ। ਕੇਰਾਂ ਦਾ ਜ਼ਿਕਰ ਬਾਬਾ ਨਾਰਾਇਣ ਸਿੰਘ ਜੀ ਮਹਾਰਾਜ ਦਿੱਲੀ ਗਏ। ਉੱਥੇ ਇੱਕ ਹਿੰਮਤ ਦੇ ਨਾਂ ਦਾ ਬੰਦਾ ਸੀ, ਉਹ ਟੈਂਪੂ ਜਿਹਾ ਚਲਾਉਂਦਾ ਸੀ 3 ਪਹੀਆਂ ਵਾਲਾ। ਬਾਬਾ ਜੀ ਕੋਲੇ ਆ ਕੇ ਕਹਿੰਦਾ, ਆ ਜਿਹੜੀ ਦਿੱਲੀ 'ਚ ਸਰਕਾਰ ਹੈ ਇਹਨਾਂ ਦੀ ਪਾਰਟੀ ਦਾ ਸੀ, ਤੇ ਕਹਿੰਦਾ ਬਾਬਾ ਜੀ ਸਿੱਖ ਤਾਂ ਆਏ ਹੋ ਜਿਵੇਂ ਆਟੇ 'ਚ ਨੂਣ ਹੈ। ਬਾਬਾ ਜੀ ਕਹਿੰਦੇ ਇਹ ਤਾਂ ਸਮਝਦਾ ਨਾ, ਜੇ ਨੂਣ ਆਟੇ 'ਚ ਨਾ ਪਵੇ, ਦਾਲ ਸਬਜ਼ੀ 'ਚ ਨਾ ਪਵੇ, ਤਾਂ ਕੋਈ ਚੀਜ਼ ਸਵਾਦ ਨਹੀਂ ਬਣਦੀ ਨੂਣ ਤੋਂ ਬਗੈਰ। ਕਹਿੰਦਾ ਹਾਂ ਜੀ ਇਹ ਤਾਂ ਆਏ। ਬਾਬਾ ਜੀ ਕਹਿੰਦੇ ਤੂੰ ਕਿਹਨੂੰ ਵੱਡੇ ਸਮਝਦਾ ਹੈ? ਕਹਿੰਦਾ ਜੀ ਮੈਂ ਸਭ ਤੋਂ ਵੱਡੇ ਤਾਂ ਸਮਝਦਾ ਹਿੰਦੂਆਂ ਨੂੰ। ਅੱਛਾ। ਬਾਬਾ ਜੀ ਕਹਿੰਦੇ ਗਾਹਾਂ ਉਦੋਂ ਥੱਲੇ ਸਮਝਦਾ ਮੁਸਲਮਾਨਾਂ ਨੂੰ, ਤੇ ਅੱਗੇ ਜੀ ਉਦੋਂ ਥੱਲੇ ਸਮਝਦਾ ਮੈਂ ਸਿੱਖਾਂ ਨੂੰ। ਬਾਬਾ ਜੀ ਕਹਿੰਦੇ ਸਮਝਦਾ ਤਾਂ ਹੈ ਨਾ? ਹਾਂਜੀ। ਤੇ ਬਾਬਾ ਜੀ ਕਹਿਣ ਲੱਗੇ ਜੇ ਤੈਨੂੰ ਅਸੀਂ ਦ੍ਰਿਸ਼ਟਾਂਤ ਦੇ ਕੇ ਤੈਨੂੰ ਅਸੀਂ ਮਨਾ ਲਈਏ, ਕੀ ਤੂੰ ਫੇਰ ਆਪਣਾ ਦਾੜੀ ਕੇਸ ਰੱਖੇਗਾ? ਕਹਿੰਦਾ ਹਾਂ ਜੀ ਮੈਂ ਰੱਖ ਲੂੰ। ਬਾਬਾ ਜੀ ਕਹਿੰਦੇ ਲੈ ਆਪਾਂ ਸਰੂਪ ਲੱਕੜ ਬਣਾਉਣੇ। ਤੇ ਬਾਬਾ ਜੀ ਕਹਿਣ ਲੱਗੇ ਹੁਣ ਆਪਾਂ ਜੇ 3 ਕੌਮਾਂ ਦੱਸੀਆਂ, 3 ਕੌਮਾਂ ਦੇ ਜੰਮਦੇ ਬੱਚੇ ਲੈ ਲਓ ਜੀ। ਲੈ ਲਏ, ਉਹਨਾਂ ਨੂੰ ਇੱਕ ਥਾਂ ਹੀ ਸੇਵਾ ਸੰਭਾਲ ਕਰੋ ਉਹਨਾਂ ਦੀ। ਹਾਂਜੀ ਕਰ ਲਈ। ਉਹਨਾਂ ਨੂੰ ਪੜ੍ਹਾ ਲਿਖਾ ਲਓ, 24-25 ਸਾਲ ਦੇ ਕਰ ਲਓ। ਹਾਂਜੀ ਕਰ ਲਏ। ਤੇ ਫਿਰ ਬਾਬਾ ਜੀ ਕਹਿੰਦੇ ਲਓ ਹੁਣ ਆਪਾਂ ਪ੍ਰੀਖਿਆ ਕਰਨੀ ਹੈ ਉਹਨਾਂ ਦੀ, ਬਈ ਕਿਹੜਾ ਹਿੰਦੂਆਂ ਦਾ ਤੇ ਮੁਸਲਮਾਨਾਂ ਦਾ ਸਿੱਖਾਂ ਦਾ। ਤੇ ਹੁਣ ਆਪਾਂ ਉੱਚਾ ਥੜਾ ਬਣਾਓ, ਉੱਥੇ ਉਹਨਾਂ ਨੂੰ ਲਿਆ ਕੇ ਖੜੇ ਕਰ ਲਓ, ਲੱਖਾਂ ਦੁਨੀਆ ਦਾ ਇਸ਼ਤਿਹਾਰਬਾਜ਼ੀ ਕਰਕੇ ਇਕੱਠ ਕਰੋ। ਹਾਂਜੀ ਇਕੱਠ ਵੀ ਕਰ ਲਿਆ। ਬਾਬਾ ਜੀ ਕਹਿੰਦੇ ਲੈ ਹੁਣ ਇਉਂ ਕਰ, ਜਿਹਨੂੰ ਕਹਿੰਦਾ ਨਾ ਤੂੰ ਵੱਡੇ ਆ ਹਿੰਦੂ, ਪਹਿਲਾਂ ਹਿੰਦੂ ਨੂੰ ਭੇਜ ਬਈ ਆਪਦਾ ਬੱਚਾ ਲਿਆ, ਕਿਹੜਾ ਤੇਰਾ ਬੱਚਾ ਸਿਆਣ ਕੇ। ਉਹ ਗਿਆ, ਉਹਨੇ ਗਲਾਵਾਂ ਗਲੂਮਾਂ ਜਿਹਾ ਖੋਲ ਕੇ ਵੇਖਿਆ ਤੇ ਲਵੀ ਲਵੀ ਦਾੜੀ ਆਈ ਵੀ, ਸੋਹਣਾ ਜੂੜਾ, ਤੇ ਕੋਈ ਸਿਆਣ ਚ ਹੀ ਨਾ ਆਵੇ। ਢਿੱਲੇ ਜੇ ਬੁੱਲ ਕਰਕੇ ਮੁੜਿਆ ਆ। ਤੇ ਕਹਿੰਦੇ ਵੀ ਦੱਸ ਬਈ ਤੂੰ ਲੈ ਕੇ ਨਹੀਂ ਆਇਆ? ਕਹਿੰਦਾ ਜੀ ਸਾਡਾ ਤਾਂ ਕੋਈ ਬੱਚਾ ਹੀ ਨਹੀਂ ਹੈ ਉਹਨਾਂ ਦੇ ਵਿੱਚ। ਅੱਛਾ ਚੱਲ ਹੁਣ ਫਿਰ ਮੁਸਲਮਾਨ ਨੂੰ ਭੇਜ ਦਿਓ। ਜਾ ਬਈ ਤੂੰ ਆਪਣਾ ਬੱਚਾ ਲਿਆ ਸਿਆਣ ਕੇ। ਹੁਣ ਉਹ ਚਲਿਆ ਗਿਆ, ਉਹਨੇ ਆਪਦੀ ਸਰਾ ਸੁਰਾ ਵੇਖੀ ਤੇ ਉਹਦਾ ਵੀ ਕੋਈ ਬੱਚਾ ਨਾ ਨਿਕਲਿਆ। ਉਹ ਵੀ ਮੁੜਿਆ ਆ, ਕਹਿੰਦਾ ਜੀ ਸਾਡਾ ਵੀ ਕੋਈ ਬੱਚਾ ਨਹੀਂ ਹੈ। ਫਿਰ ਸਿੱਖ ਨੂੰ ਭੇਜ ਦਿੱਤਾ, ਜਾ ਵੀ ਤੂੰ ਆਪਦਾ ਬੱਚਾ ਲਿਆ। ਉਹ ਗਿਆ, 3 ਨੂੰ ਲਿਆਇਆ ਜੱਫੀ 'ਚ। ਕਹਿੰਦਾ 3 ਹੀ ਸਾਡੇ ਆ, 3 ਹੀ। ਇਸ ਲਈ ਗੁਰੂ ਨਾਨਕ ਦਾ ਬਚਨ ਹੈ, ਮੇਰਾ ਨਹੀਂ। ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਗਿਆਨੀ ਕਿਹਨੂੰ ਕਿਹਾ? ਜਿਹੜਾ ਜਦੋਂ ਤੋਂ ਮਾਂ ਦੇ ਪੇਟ ਤੋਂ ਜੰਮਦਾ ਸਾਬਤ ਸੂਰਤ ਹੈ, ਉਹਨੂੰ ਗਿਆਨੀ ਕਿਹਾ। ਉਹ 3 ਹੀ ਸਿੱਖ ਹੈ। ਤੇ ਇਸ ਲਈ ਸਾਰੇ ਆਪਦੇ ਇਹਨਾਂ ਨੇ ਧਰਮ ਬਣਾਏ ਹੋਏ ਆ। ਜਿਹੜਾ ਅਸਲੀ ਧਰਮ ਹੈ ਉਹ ਸਾਨੂੰ ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ ਹੈ। ਬਈ ਭਾਈ ਜਿਵੇਂ ਬੰਦਾ ਸਾਬਤ ਸੂਰਤ ਆਉਂਦਾ ਉਹਨੂੰ ਉਵੇਂ ਰਹਿਣਾ ਚਾਹੀਦਾ। ਕੁਦਰਤ ਨੇ ਵੱਡੀ ਮਿਹਰ ਕੀਤੀ ਹੈ। ਜਿਵੇਂ ਬਾਬਾ ਜੀ ਕਿਰਪਾ ਕਰਦੇ ਸੀ, ਜਿਸ ਤੂੰ ਸਾਜ ਸਵਾਰ ਸੰਗਾਰਿਆ, ਗਰਭ ਅਗਨ ਮੈਂ ਜਿਨਾ ਅਵਾਰਿਆ, ਬਾਰ ਬਵਸਤਾ ਤੁਝਾ ਪਿਆਰਾ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਬਾਬਾ ਜੀ ਕਹਿੰਦੇ ਜਦੋਂ ਮਾਤਾ ਦੇ ਗਰਭ ਵਿੱਚ ਬੱਚਾ ਤਿਆਰ ਹੁੰਦਾ, ਉਦੋਂ ਇੱਕ ਜਿਹੜਾ ਪ੍ਰਮਾਤਮਾ ਉਸ ਢਾਂਚੇ ਨੂੰ ਤਿਆਰ ਕਰਨ ਵਾਲਾ, ਉਹ ਇੱਕ ਵਾਰੀ ਨਿਗਾਹ ਜ਼ਰੂਰ ਮਾਰਦਾ। ਉਹ ਦੇਖਦਾ ਇਹਨੂੰ ਮੈਂ ਇਸਤਰੀ ਬਣਾਵਾਂ ਤੇ ਜਾਂ ਇਹਨੂੰ ਮੈਂ ਮਰਦ ਬਣਾਵਾਂ। ਇਹ ਉਹਦੀ ਰਜਾ 'ਚ ਹੈ।
ਤੇ ਜਦੋਂ ਉਹਨੇ ਬਣਾਇਆ ਹੀ ਮਰਦ ਹੈ ਤੇ ਮਰਦ ਬਣਾ ਕੇ ਫਿਰ ਰੋਮ ਵੀ ਨਾਲ ਦਿੱਤੇ ਆ। ਤੇ ਜਿਹੜੇ ਬੰਦੇ ਰੋਮ ਕਟਾਉਂਦੇ ਆ ਸਾਰੀ ਉਮਰ ਕਟਾਈ ਜਾਣ, ਇਹ ਦੁਬਾਰੇ ਆਈ ਜਾਂਦੇ ਆ। ਆ ਲੀੜੇ ਲਾ ਕੇ ਰੱਖ ਦਿਓ, ਪੈ ਜਾਣਗਾ ਗਲ ਵਿੱਚ, ਕਦੇ ਨਹੀਂ ਪੈਂਦੇ। ਤੇ ਰੋਮ ਸਾਡੇ ਫੇਰ ਦੁਬਾਰੇ ਆ ਜਾਂਦੇ ਆ। ਨਾ ਭਾਈ, ਅਸੀਂ ਇਹ ਰੋਮ ਕਟਾਉਣੇ ਨਹੀਂ। ਤੇ ਸਾਡੀਆਂ ਮਾਈਆਂ ਬੀਬੀਆਂ ਵੀ, ਤੇ ਦੇਖੋ ਇਹਨਾਂ ਨੂੰ ਵੀ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਵੀ ਆ। ਇਹ ਸਾਰਾ ਕੁਝ ਕੁਦਰਤ ਦਾ ਕੰਮ ਕੀਤਾ ਵਾ। ਅਸੀਂ ਜੇ ਕੁਦਰਤ ਦੇ ਹਿਸਾਬ ਨਾਲ ਚੱਲਾਂਗੇ, ਸਾਡੇ ਤੇ ਗੁਰੂ ਨਾਨਕ ਦੀ ਮਿਹਰ ਹੋਵੇਗੀ। ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਵੇਖਿਆ ਬਈ ਇਹ ਜਿਹੜੀ ਕੌਮ ਹੈ ਇਹ ਥੋੜੀ ਜਿਹੀ ਡਰਪੋਕ ਕੌਮ ਹੈ, ਇਹਦੇ ਵਿੱਚ ਇਹਨਾਂ 'ਚ ਕੋਈ ਐਸੀ ਅਸੀਂ ਰੜਕ ਅਣਖ ਭਰੀਏ, ਕੋਈ ਐਸਾ ਜੋਸ਼ ਭਰੀਏ ਜਿਹੜੇ ਇਹ ਲੱਖਾਂ ਵਿੱਚ ਖੜੇ ਦਿਸਣ। ਉਹ ਫਿਰ ਸਾਡੇ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਮਿਹਰ ਕੀਤੀ। ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ 5 ਪਿਆਰੇ ਤਿਆਰ ਕੀਤੇ, ਉਹਨਾਂ ਨੂੰ ਦੁਬਾਰੇ ਜੀਵਨ ਦਿੱਤਾ। ਮਿਰਤ ਕੋ ਪਾਇਓ ਤਨ ਸਾਸਾ, ਬਿਸਰਤ ਆਣ ਮਲਾਏ। ਉਹਨਾਂ ਨੂੰ ਪਹਿਲਾਂ ਮਿਰਤ ਕੀਤਾ, ਫਿਰ ਉਹਨਾਂ ਨੂੰ ਸਵਾਸ ਦਿੱਤੇ, ਫਿਰ ਉਹਨਾਂ ਨੂੰ ਸਿਖਲਾਈ ਦਿੱਤੀ, ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਇਹ ਫੇਰ ਸਾਡੇ ਤੇ ਜੀਵਾਂ ਦੇ ਕਿਰਪਾ ਹੋਈ ਹੈ। ਤੇ ਇਸ ਲਈ ਬਾਬਾ ਜੀ ਕਿਰਪਾ ਕਰਦੇ ਸੀ, ਭਾਈ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਜਿਸ ਸਿਮਤ ਸੁਖ ਪਾਈ ਹੈ, ਸਭ ਤਿਖਾ ਬੁਝਾਈ। ਬਾਬਾ ਜੀ ਕਹਿੰਦੇ ਸੀ ਇਹ ਉੱਤਮ ਚੀਜ਼ ਹੈ, ਇਹ ਨਾ ਹੋਵੇ ਜ਼ਿੰਦਗੀ ਇਹ ਤੋਂ ਬਗੈਰ ਹੀ ਚਲੀ ਜਾਵੇ। ਤੇ ਫਿਰ ਗੁਰੂ ਨਾਨਕ ਦੇ ਇਹ ਜਿਹੜੀ ਚੀਜ਼ ਸਾਨੂੰ ਤਿਆਰ ਕਰਕੇ ਦਿੱਤੀ ਹੈ, 10ਵੇਂ ਗੁਰੂ ਨਾਨਕ ਨੇ, ਗੁਰੂ ਕਲਗੀਧਰ ਪਾਤਸ਼ਾਹ ਨੇ, ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਜ਼ਰੂਰ ਸਕੀਏ, ਸਾਰੇ ਪਰਿਵਾਰ ਨੂੰ ਛਕਾਈਏ। ਬਾਬਾ ਜੀ ਇਹ ਬਚਨ ਕਰਦੇ ਸੀ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਓ ਬੇੜੇ। ਸਾਰੇ ਪਰਿਵਾਰ ਨੂੰ ਬੇੜੇ ਚੜਾਓ। ਤੇ ਇਹ ਨਾ ਹੋਵੇ ਸਾਡੇ ਨੌਜਵਾਨ ਬੱਚੇ ਬੱਚੀਆਂ ਅੱਜ ਕਈ ਮਾਪਿਆਂ ਤੋਂ ਦੂਰ ਜਾਂਦੇ ਆ। ਅਸੀਂ ਮਾਪਿਆਂ ਤੋਂ ਦੂਰ ਨਹੀਂ ਜਾਣਾ, ਮਾਪਿਆਂ ਦਾ ਹੁਕਮ ਮੰਨਣਾ ਹੈ, ਮਾਪਿਆਂ ਨੂੰ ਖੁਸ਼ ਰੱਖਣਾ ਹੈ, ਮਾਪਿਆਂ ਦੀ ਆਗਿਆ ਵਿੱਚ ਰਹਿਣਾ ਹੈ। ਬਾਬਾ ਜੀ ਨੇ ਬਾਣੀ ਅੰਦਰ ਮੋਹਰ ਲਾਈ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ ਹੈ। ਮਾਂ 9 ਮਹੀਨੇ ਪੇਟ 'ਚ ਰੱਖਦੀ ਹੈ, ਪਹਿਲਾਂ ਮਾਂ ਦਾ ਨਾਂ ਲਿਆ, ਉਹ ਗੰਦਮੰਦ ਚੁੱਕਦੀ ਹੈ, ਪਿਓ ਕਮਾਈ ਕਰਕੇ ਲਿਆਉਂਦਾ ਹੈ। ਤੇ ਤੁਸੀਂ ਪੜ੍ਹ ਕੇ ਵੱਡੇ ਹੋ ਕੇ ਜੇ ਮਾਂ ਪਿਓ ਨੂੰ ਬੁਰਾ ਬੋਲਦੇ ਹੋ ਤਾਂ ਤੁਹਾਡੇ ਤੇ ਗੁਰੂ ਨਾਨਕ ਦੀ ਮਿਹਰ ਨਹੀਂ ਹੋਣੀ। ਉਹ ਤਾਂ ਹੋਵੇਗੀ ਜੇ ਮਾਪਿਆਂ ਨੂੰ ਖੁਸ਼ ਰੱਖੋਗੇ, ਅੰਮ੍ਰਿਤ ਵੇਲੇ ਉੱਠੋਗੇ, ਨਿਤਨੇਮ ਕਰੋਗੇ। ਇਹ ਸਾਡੇ ਲਈ ਭਾਈ ਜ਼ਰੂਰੀ ਹੈ। ਸ਼ਰਾਬਾਂ ਨਹੀਂ ਪੀਣੀਆਂ, ਸ਼ਰਾਬ ਹੈ ਜਿਹੜੀ ਬੜੀ ਮਾੜੀ ਚੀਜ਼ ਹੈ। ਹੋਰ ਵੀ ਕਈ ਨਸ਼ੇ ਲੋਕ ਪੀਂਦੇ ਆ। ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ, ਜਿਸ ਪੀਤਿਆਂ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ। ਉਹਨੂੰ ਆਪਣੇ ਪਰਾਏ ਦਾ ਨਹੀਂ ਪਤਾ ਰਹਿੰਦਾ ਤੇ ਉਹਦੇ ਵਿੱਚ ਕਮਲ ਆ ਜਾਂਦਾ ਹੈ, ਅਕਲ ਉਹਦੀ ਦੂਰ ਹੋ ਜਾਂਦੀ ਹੈ। ਇਹਨਾਂ ਚੀਜ਼ਾਂ ਤੋਂ ਬਚਣਾ ਹੈ, ਮਾਸ ਮਿੱਟੀ ਤੋਂ ਬਚਣਾ ਹੈ। ਬਾਬਾ ਜੀ ਨੇ ਬਾਣੀ ਅੰਦਰ ਕਿਰਪਾ ਕੀਤੀ ਹੈ, ਜੇ ਰਤ ਲੱਗੇ ਕੱਪੜੇ, ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ, ਤਿਨ ਕਿਉ ਨਿਰਮਲ ਚੀਤ। ਮਾਨਸ ਦੇ ਪਾ ਕੇ ਜੇ ਜਾਨਵਰਾਂ ਦੀ ਰਤ ਪੀਂਦਾ ਹੈ, ਕਾਹਦੇ ਵਾਸਤੇ? ਵਿਸ਼ੇ ਵਿਕਾਰਾਂ ਵਾਸਤੇ। ਬਾਬਾ ਜੀ ਕਿਰਪਾ ਕਰਦੇ ਆ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਢਾਲਾ। ਸੁਹਾਗਾ ਪਾਊਡਰ ਜਿਹਾ ਹੁੰਦਾ ਹੈ, ਉਹ ਨਾ ਭਾਈ ਜਿਵੇਂ ਸਿਉਣੇ ਨੂੰ ਢਾਲ ਦਿੰਦਾ ਹੈ, ਸਰੀਰ ਨੂੰ ਵੀ ਖਰਾਬ ਕਰਦਾ ਹੈ। ਇਸ ਲਈ ਸਾਰੇ ਭਾਗਾਂ ਵਾਲਿਓ, ਤੇ ਸਾਡਾ ਤਾਂ ਇਹ ਹੁੰਦਾ ਹੈ ਬਈ ਅਸੀਂ ਤਾਂ ਜਦੋਂ ਫਿਰ ਚੱਲੀ ਜਾਂਦੇ ਆ, ਅਸੀਂ ਕਿਹੜਾ ਭਿੱਖੀ ਪਿੰਡ ਗਏ, ਉੱਥੋਂ ਦੀ ਸੰਗਤ ਕਾਫੀ ਆਉਂਦੀ ਹੈ ਤੇ ਦੀਵਾਨ 'ਚ ਗਏ। ਪਹਿਲਾਂ ਅਸੀਂ ਸਵੇਰੇ ਇੱਧਰ ਪਟਿਆਲੇ ਕੰਨੀ ਗਏ ਸੀ, ਫਿਰ ਇੱਧਰ ਮਾਲਕ ਕੰਨੀ ਗਏ ਸੀ, ਉੱਥੇ
ਖੇਡਾਂ ਤੇ ਗਏ ਆਏ ਸੀ ਤੇ ਫਿਰ ਦੁਬਾਰੇ ਉੱਥੇ ਗਏ ਬਚਨ ਵਿਲਾਸ ਕੀਤੇ। ਤੇ ਅਸੀਂ ਕਿਹਾ, ਮੈਂ ਕਿਹਾ ਹੁਣ ਮਾਈਆਂ ਐ ਕਹਿੰਦੀਆਂ ਹੋਣਗੀਆਂ ਬਈ ਬਾਬਿਆਂ ਨੂੰ ਸੇਵਾਦਾਰ ਗੋਲੀ ਵੱਟ ਕੇ ਰੱਖ ਦਿੰਦਾ ਹੋਣਾ, ਤੇ ਤਾਂ ਕਰਕੇ ਬੋਲੀ ਜਾਂਦੇ ਆ। ਅਸੀਂ ਤਾਂ ਸਵਾਈਕੀ ਕਿਹਾ ਸੀ, ਉਹ ਕਿਸੇ ਮਾਈ ਨੇ ਗੱਲ ਕਹਿ ਦਿੱਤੀ ਤੇ ਉਹ ਮਗਰੋਂ ਆ ਕੇ ਮਾਫੀਆਂ ਮੰਗਣ, ਬਾਬਾ ਜੀ ਸਾਤੋਂ ਭੁੱਲ ਹੋ ਗਈ। ਅਸੀਂ ਤਾਂ ਉਹੀ ਗੱਲਾਂ ਕਰਦੀਆਂ ਸੀ ਵੀ ਬਾਬਿਆਂ ਨੇ ਇੰਨੀ ਕੁ ਖਾਧੀ ਹੋਊਗੀ, ਤੇ ਸਾਨੂੰ ਪਤਾ ਨਹੀਂ ਸੀ। ਨਾ ਭਾਈ, ਅਸੀਂ ਨੇ ਇਹਨਾਂ ਚੀਜ਼ਾਂ ਦੇ ਨੇੜੇ ਜਾਂਦੇ। ਗੁਰੂ ਦੀ ਕਿਰਪਾ ਦੁਆਰਾ ਸਾਨੂੰ ਤਾਂ ਸਾਡੇ ਮਾਲਕ ਦੇ ਡੰਡੇ ਦਾ ਨਸ਼ਾ ਹੈ। ਉਹਨਾਂ ਦਾ ਜਿਹੜਾ ਡੰਡਾ ਹੈ ਉਹ ਇੰਨਾ ਤਕੜਾ ਡੰਡਾ ਹੈ, ਉਹ ਕਿਰਪਾ ਕਰਦੇ ਆ। ਹੁਣ ਅਸੀਂ ਚਾਹ ਨੂੰ ਬੋਲਦੇ ਇੰਨਾ ਚਿਰ, ਸਾਡੇ ਕਈ ਹੋ ਸਕਦਾ ਸੈਕਟਰੀ ਵਰਗੇ ਕਹਿੰਦੇ ਹੋਣਗੇ ਘੰਟਾ ਲਾਤਾ। ਘੰਟਾ ਹੋਰ ਕਿਹਨੇ ਲਾਉਣਾ, ਅਸੀਂ ਉਹ ਲਾਉਣਾ, ਇੱਥੇ ਤਾਂ ਨੂਨ ਕਰਨੇ ਆ। ਇਸ ਲਈ ਭਾਈ ਇਹ ਸਾਡੀਆਂ ਜ਼ਿੰਮੇਵਾਰੀਆਂ, ਤਾਂ ਅਸੀਂ ਟਾਈਮ ਲਾਉਨੇ ਆ, ਤਾਂ ਅਸੀਂ ਸੰਗਤਾਂ ਨੂੰ ਵਿਚਾਰ ਦੱਸਦੇ ਆ। ਕਥਾ ਕੀਰਤਨ ਤਾਂ ਸੰਗਤਾਂ ਸੁਣਦੀਆਂ ਹੀ ਆ, ਪਰ 12 ਵਜੇ ਤੱਕ ਜਿਹੜੇ ਸਾਡੇ ਰਾਗੀ ਸਿੰਘ ਆਉਂਦੇ ਆ ਕਿੰਨੇ, ਸਾਰਿਆਂ ਨੂੰ ਫਿਰ ਵੀ ਬੜੀ ਤਰੀਕੇ ਦੇ ਨਾਲ ਜਸਟਮੈਂਟ ਕਰਕੇ ਸਾਰਿਆਂ ਨੂੰ ਟਾਈਮ ਦਿੰਦੇ ਆ। ਕਿਸੇ ਨੂੰ 2 ਮਿੰਟ 3 ਮਿੰਟ 1 ਮਿੰਟ ਆਏ ਦਿੰਦੇ ਆ। ਤੇ ਇਸ ਤਰ੍ਹਾਂ ਭਾਈ ਜਿਹੜੇ ਵੱਡੇ ਰਾਗੀ ਆਉਂਦੇ ਆ ਉਹਨਾਂ ਨੂੰ ਪਹਿਲਾਂ 10-10 12-12 ਮਿੰਟ ਵੀ ਦੇ ਦਿੰਦੇ ਆ। ਚਲੋ ਇਹਨਾਂ ਦਾ ਆਪਣਾ ਕੰਮ ਹੈ ਤੇ ਇਹ ਫਿਰ ਉਵੇਂ ਵੰਡ ਕੇ ਟਾਈਮ ਦਿੰਦੇ ਆ। ਇਸ ਲਈ ਗੁਰਮੁਖ ਪਿਆਰਿਓ, ਭਾਗਾਂ ਵਾਲਿਓ, ਅਸੀਂ ਹੁਣ ਸਮਾਪਤੀ ਕਰਦੇ ਹਾਂ। ਅੱਜ ਪੂਰਨਮਾਸੀ ਦਾ ਦਿਹਾੜਾ ਤੇ ਬਾਬਾ ਜੀ ਕਿਰਪਾ ਕਰਦੇ ਸੀ। ਇੱਥੇ ਕਈ ਇਹ ਸਾਡੇ ਭਾਈ ਚਿੱਠੀਆਂ ਜੀਆਂ ਬਣਦੇ ਰਹਿੰਦੇ ਆ ਨਾਮ ਜਪਣ ਵਾਸਤੇ। ਕਈ ਖਾਲੀਆਂ 'ਚ ਸਿੱਟੀਆਂ ਪਈਆਂ, ਇੱਧਰ ਸਿੱਟੀਆਂ ਪਈਆਂ। ਮੁੰਡਾ ਇੱਕ ਦਿਨ ਇਕੱਠੀਆਂ ਕਰਕੇ ਲਿਆਇਆ। ਮੈਂ ਕਿਹਾ ਵੀ ਨਹੀਂ, ਬਾਬਾ ਜੀ ਤਾਂ ਇਹ ਬਚਨ ਕਰਦੇ ਸੀ ਦੀਵਾਨ ਵਿੱਚ ਇਕੱਠਾ ਹੀ ਨਿਉਂਦਾ ਪਾ ਦਿਓ, ਇਕੱਠਾ ਹੀ, ਤੇ ਜਿਹਦਾ ਮਨ ਮਨੂ ਉਹ ਫਿਰ ਨਾਮ ਵੀ ਜਪੇਗਾ। ਕੀ ਬਚਨ ਕਰਦੇ ਸੀ? ਲਓ ਭਾਈ, ਅੱਜ ਆ ਪੂਰਨਮਾਸੀ, ਆਉਂਦੀ ਪੂਰਨਮਾਸੀ ਨੂੰ ਲਾਜ਼ਮੀ ਆਉਣਾ ਹੈ। ਤੇ ਭਾਈ ਜੇ ਤਾਂ ਆਪ ਕਰ ਸਕਦੇ ਹੋ ਜਾਂ ਸੁਖਮਨੀ ਸਾਹਿਬ ਦੇ 2 ਪਾਠ ਕਰੋ, ਜਾਂ ਜਪਜੀ ਸਾਹਿਬ ਦਾ 250 ਪਾਠ ਕਰੋ, ਜਾਂ ਮੂਲ ਮੰਤਰ ਦੇ 108 ਮਣਕੇ ਦੀ ਮਾਲਾ 6 ਮਾਲਾ ਰੋਜ਼ ਫੇਰੋ, ਜਾਂ ਵਾਹਿਗੁਰੂ ਵਾਹਿਗੁਰੂ ਦੀਆਂ 80 ਮਾਲਾ ਫੇਰੋ। ਤੇ ਜਾਂ ਭਾਈ ਹਿੰਦੂ ਹੈ ਰਾਮ ਰਾਮ ਦੀਆਂ 160 ਮਾਲਾ ਫੇਰੇ। ਬਾਬਾ ਜੀ ਕਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲੇਗਾ। ਤੇ ਕਿੱਡੀ ਵੱਡੀ ਗੱਲ ਹੈ। ਤੇ ਬਾਬਾ ਜੀ ਜੁਗਤੀਆਂ ਦੱਸਦੇ ਸੀ ਵੀ ਤੁਸੀਂ ਘਰ ਬੈਠ ਕੇ ਕਰ ਸਕਦੇ ਹੋ। ਪਰਿਵਾਰ ਦੇ 2-3 ਜੀ ਕਰਦੇ ਆ, ਉਹਨਾਂ ਲਈ ਤਾਂ ਕੋਈ ਵੀ ਵੱਡੀ ਗੱਲ ਨਹੀਂ। ਤੇ ਕਰਾਂਗੇ, ਇਹਨੂੰ ਕਹਿੰਦੇ ਸੀ ਦਰਗਾਹੀ ਪ੍ਰਸਾਦ। ਕੜਾਹ ਪ੍ਰਸਾਦ ਨੂੰ ਦਰਗਾਹੀ ਪ੍ਰਸਾਦ ਨਹੀਂ ਸੀ ਕਹਿੰਦੇ, ਇਹ ਬਚਨ ਨੂੰ ਦਰਗਾਹੀ ਪ੍ਰਸਾਦ ਕਹਿੰਦੇ ਸੀ। ਤੇ ਕੜਾਹ ਪ੍ਰਸਾਦ ਤਾਂ ਆਪਾਂ ਨੂੰ ਮਿਲ ਹੀ ਜਾਣਾ ਹੁੰਦਾ। ਤੇ ਇਸ ਤਰ੍ਹਾਂ ਭਾਈ ਭਾਗਾਂ ਵਾਲਿਓ ਸਾਰਿਆਂ ਨੇ ਇਹ ਪਾਠ ਕਰਨੇ ਆ। ਹੁਣ ਅਸੀਂ ਸੋਥੋਂ ਇੱਕ ਪਿਆਰ ਦਾ ਸਬੂਤ ਲੈਣਾ। ਉਹ ਕਿਹੜਾ? ਹਾਂ, ਇੱਕ ਬਚਨ ਅਸੀਂ ਭੁੱਲ ਗਏ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਜਿਨ੍ਹਾਂ ਦਾ ਅਸੀਂ ਨਾਂ ਲੈ ਕੇ ਤੁਹਾਨੂੰ ਦੱਸਿਆ। ਬਾਬਾ ਜੀ ਦੀ ਬਰਸੀ ਦਾ ਦਿਹਾੜਾ ਮੂਹਰੇ ਆ ਰਿਹਾ। ਕਿਉਂ? ਬਾਬਾ ਜੀ ਨੇ ਜਿਹੜਾ ਚੋਲਾ ਬਦਲਿਆ ਸੀ ਉਹ ਸ਼ਾਮ ਦੇ ਟਾਈਮ ਤੇ ਬਦਲਿਆ ਸੀ, 6:30-7 ਵਜੇ। ਤੇ ਸ਼ਾਮ ਨੂੰ ਪਾਠ ਰੱਖੇ ਜਾਂਦੇ ਆ ਇੱਥੇ। ਤੇ 2 ਅਕਤੂਬਰ ਨੂੰ ਸ਼ਾਮ ਦੇ ਟਾਈਮ ਤੇ ਪਾਠ ਰੱਖੇ ਜਾਣੇ ਆ। 2 ਨੂੰ ਰੱਖ ਕੇ 4 ਅਕਤੂਬਰ ਨੂੰ ਭੋਗ ਪੈਣਗੇ ਸ਼ਾਮ ਦੇ ਟਾਈਮ। ਉਦੋਂ ਬਾਅਦ ਫਿਰ 4 ਨੂੰ ਦੁਬਾਰੇ ਪਾਠ ਰੱਖ ਕੇ ਪ੍ਰਕਾਸ਼ ਹੋਣਗੇ। ਤੇ ਫਿਰ ਭਾਈ 6 ਅਕਤੂਬਰ ਨੂੰ ਸ਼ਾਮ ਨੂੰ ਭੋਗ ਪੈਣਗੇ, ਰੈਣ ਸਬਾਈ ਕੀਰਤਨ ਹੋਵੇਗਾ। ਤੇ ਸਵੇਰ ਵੇਲੇ 6 ਅਕਤੂਬਰ ਨੂੰ ਤੇ ਜਲੂਸ ਹੋਵੇਗਾ ਸਰੋਵਰ ਦੇ ਦਾਲੇ ਦੀ, ਗੁਰੂ ਸਾਹਿਬ ਪਰਕੰਮਿਆਂ ਕਰਨਗੇ। ਤੇ ਇਸ ਤਰ੍ਹਾਂ ਭਾਈ ਸਾਰੇ ਭਾਗਾਂ ਵਾਲਿਓ, ਤੁਹਾਨੂੰ ਅੱਗੇ ਅਸੀਂ ਮੁੰਡਾ ਜੋਨੀ ਵੀ ਦੱਸ ਰਿਹਾ ਸੀ ਰਾਗੀ, ਤੇ ਸੈਕਟਰੀ ਸਾਹਿਬ ਨੇ ਵੀ ਦੱਸਿਆ ਹੋਊਗਾ, ਉਹ ਦੁਬਾਰੇ ਵੀ ਦੱਸ ਦੇਣਗੇ। ਤੇ ਇਸ ਤਰ੍ਹਾਂ ਭਾਈ ਸਾਰੇ ਭਾਗਾਂ ਵਾਲਿਓ, ਹੁਣ ਬਾਬਾ ਜੀ ਕਿਰਪਾ ਕਰਦੇ ਸੀ
ਪਹਿਲੀ ਪੰਕਤੀ ਤਾਂ ਹੈਗੀ ਆ, ਸਾਂਝਾ ਸਾਹਿਬ ਬਾਪ ਹਮਾਰਾ, ਨੌਨਿਤ ਤੇਰੇ ਖੁੱਟ ਭੰਡਾਰਾ। ਤੇ ਪਿਛਲੀਆਂ ਪੰਕਤੀਆਂ, ਏਕ ਨਜ਼ਰ ਤਾਰੇ ਗੁਰ ਪੂਰਾ। ਤੇ ਉਹਨਾਂ ਦੀ ਇੱਕ ਵੀ ਨਜ਼ਰ ਪੈਗੀ ਤੇ ਸਾਡੇ ਤੇ ਮਿਹਰਾਂ ਹੋ ਜਾਣੀਆਂ, ਝੋਲੀਆਂ ਭਰ ਜਾਣੀਆਂ। ਸਾਰੀ ਸੰਗਤ ਨੇ ਬਾਹਾਂ ਖੜੀਆਂ ਕਰਕੇ ਪਿਆਰ ਦਾ ਸਬੂਤ ਦੇਣਾ ਹੈ। ਕੋਈ ਢਿੱਲੀ ਬਾਹ ਨਾ ਕਰਿਓ। ਬਾਬਾ ਜੀ ਕਿਰਪਾ ਕਰਦੇ ਸੀ, ਬਾਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੇ ਬਾਹ ਨਾ ਸੋਢੀ ਹੈ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈ ਹੈ ਧਰਮ ਨਾ ਸੋਢੀਐ। ਹਾਂ ਸਾਵਾਸੇ, ਆਪਾਂ ਆਪਣਾ ਧਰਮ ਨਹੀਂ ਛੱਡਣਾ, ਕਿਸੇ ਦੇ ਧਰਮ ਨੂੰ ਕੁਛ ਕਹਿਣਾ ਨਹੀਂ। ਜੋ ਬਾਬਾ ਜੀ ਦੀ ਬਾਣੀ ਹੈ ਉਹ ਤਿੰਨ ਕਾਲ ਸੱਤ ਹੈ, ਉਹ ਅਸੀਂ ਕਹਿਣ ਤੋਂ ਹਟਣਾ ਨਹੀਂ। ਸਾਰੇ ਭਾਗਾਂ ਵਾਲਿਓ, ਚੰਗੇ ਵਿਚਾਰਾਂ ਨੂੰ ਹਿਰਦੇ ਵਿੱਚ ਥਾਂ ਦੇਵਾਂਗੇ, ਫਿਰ ਸਾਨੂੰ ਕੀ ਮਿਲੇਗਾ। ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਹੀ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਪੀਕਰ ਵਾਲਾ ਕੌਣ ਹੈ? ਅੱਛਾ, ਇਹ ਆਪਣਾ ਹੀ ਹੈ ਸਪੀਕਰ ਤੇ ਪਿਆ। ਚੰਗਾ ਭਾਈ ਜੀ, ਵਧੀਆ ਚੱਲਦਾ। ਬਾਹਰ ਪਤਾ ਨਹੀਂ ਕਿੱਦਾਂ ਚੱਲਦਾ, ਇੱਥੇ ਵਧੀਆ ਚੱਲਦਾ। ਚੰਗਾ, ਲੈ ਜਾ। ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਸੰਗ ਦੇ, ਖੰਡੇ ਵਾਲਾ ਅੰਮ੍ਰਿਤ ਪੀ। ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਸੰਗ ਤੇ, ਖੰਡੇ ਵਾਲਾ ਅੰਮ੍ਰਿਤ ਪੀ। ਹਾਂਜੀ ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਸੰਗ ਤੇ, ਖੰਡੇ ਵਾਲਾ ਅੰਮ੍ਰਿਤ ਪੀ। ਇੱਕ ਘੁੱਟ ਭਰਿਆ ਤੋਂ ਅੱਖਾਂ ਖੁੱਲ ਜਾਂਦੀਆਂ, ਅੱਖਾਂ ਖੁੱਲ ਜਾਂਦੀਆਂ। ਇੱਕ ਘੁੱਟ ਭਰਿਆ ਤੋਂ ਅੱਖਾਂ ਖੁੱਲ ਜਾਂਦੀਆਂ, ਖੁੱਲ ਜਾਂਦੀਆਂ। ਇੱਕ ਘੁੱਟ ਭਰਿਆ ਤੋਂ ਅੱਖਾਂ ਖੁੱਲ ਜਾਂਦੀਆਂ, ਅੱਖਾਂ ਖੁੱਲ ਜਾਂਦੀਆਂ। ਪਤਾ ਨਹੀਂ ਉਹ ਬਾਟੇ ਵਿੱਚ ਕੀ, ਜੀ ਸੰਗ ਤੇ ਖੰਡੇ ਵਾਲਾ ਅੰਮ੍ਰਿਤ ਪੀ। ਹਾਂਜੀ ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਦੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਸੰਗ ਤੇ, ਖੰਡੇ ਵਾਲਾ ਅੰਮ੍ਰਿਤ ਪੀ। ਹਾਂਜੀ ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਦੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਸੰਗ ਤੇ, ਖੰਡੇ ਵਾਲਾ ਅੰਮ੍ਰਿਤ ਪੀ। ਜਨਮੇ ਗੁਰਾਂ ਦਾ ਪਟਨਾ ਸਾਹਿਬ ਦਾ, ਆਨੰਦਪੁਰ ਡੇਰਾ ਸੀ ਸੰਗ ਤੇ, ਆਨੰਦਪੁਰ ਡੇਰਾ ਸੀ। ਉਹ ਜਨਮ ਗੁਰਾਂ ਦਾ ਪਟਨਾ ਸਾਹਿਬ ਦਾ, ਆਨੰਦਪੁਰ ਡੇਰਾ ਸੀ ਸੰਗ ਤੇ, ਆਨੰਦਪੁਰ ਡੇਰਾ ਸੀ। ਪਿਤਾ ਗੁਰਾਂ ਦੇ ਤੇਗ ਬਹਾਦਰ, ਮਾਤਾ ਗੁਜਰੀ ਸੀ ਸੰਗ ਤੇ, ਮਾਤਾ ਗੁਜਰੀ ਸੀ। ਪਿਤਾ ਗੁਰਾਂ ਦੇ ਤੇਗ ਬਹਾਦਰ, ਮਾਤਾ ਗੁਜਰੀ ਸੀ ਸੰਗ ਤੇ, ਮਾਤਾ ਗੁਜਰੀ। ਜੀਤ